ਵਾਲਾ ਰਵੇ ਜਾਂ ਨਾ ਰਵੇ। ਤੋ ਗੁਰੂ ਗਰੀਬ ਨਵਾਜ ਪਾਤਸ਼ਾਹ ਮਾਰੇ ਕਿਰਪਾ ਕਰਨ ਦਇਆ ਕਰਨਾ। ਆਓ ਕੁਝ ਸਮਾਂ ਜੁੜਿਓ ਉਪਰੰਤ ਸਤਿਗੁਰਾਂ ਦੀ ਵਿਚਾਰ ਸਿਰ ਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਹੱਥ ਰੱਖਣ, ਬਲ ਬੁੱਧੀ ਬਖਸ਼ਿਸ਼ ਪ੍ਰਦਾਨ ਕਰਨ ਜੀ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਓੰਕਾਰ। ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ 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 ਓੰਕਾਰ। ਕਰਤਾ ਪੁਰਖ ਅਜੂਨੀ ਸੈਭੰ ਏਕ ਓੰਕਾਰ। ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ। ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ। ਕਰਤਾ ਪੁਰਖ ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਰਤੜੇ ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਰਤੜੇ ਪਿਆਰੇ, ਜਿਨਕੇ ਚੋਲੇ ਰਤੜੇ ਪਿਆਰੇ। ਕੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਪਾਸ, ਕੰਤ
ਤਿਨਾ ਕੈ ਪਾਸ। ਅੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਪਾਸ। ਅੰਤ ਤਿਨਾ ਕੈ ਪਾਸ, ਕੰਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ, ਧੂੜ ਤਿਨਾ ਕੀ ਜੇ ਮਿਲੈ ਜੀ। ਧੂੜ ਤਿਨਾ ਕੀ ਜੇ ਮਿਲੈ ਜੀ, ਧੂੜ ਤਿਨਾ ਕੀ ਜੇ ਮਿਲੈ ਜੀ। ਕਹੋ ਨਾਨਕ ਕੀ ਅਰਦਾਸ, ਕਹੋ ਨਾਨਕ ਕੀ ਅਰਦਾਸ। ਕਹੋ ਨਾਨਕ ਕੀ ਅਰਦਾਸ, ਕਹੋ ਨਾਨਕ ਕੀ ਅਰਦਾਸ। ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ। ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਦੇ ਪਾਵਨ ਬੋਲ ਹਨ ਕਿ ਜਿਨ੍ਹਾਂ ਰੂਹਾਂ ਦੇ ਸਰੀਰ ਰੂਪੀ ਚੋਲੇ ਰੰਗੇ ਹਨ। ਅੱਖਾਂ, ਕੰਨ, ਜੀਵਾ, ਹੱਥ ਪੈਰ ਸਾਰਿਆਂ ਨੂੰ ਰੰਗ ਚੜਿਆ ਹੋਇਆ ਹੈ। ਹੱਥ ਸੇਵਾ ਪਏ ਕਰਦੇ ਨੇ, ਪੈਰ ਸੰਗਤ ਵਿੱਚ ਪਏ ਜਾਂਦੇ ਨੇ, ਅੱਖਾਂ ਦੇ ਨਾਲ ਦੀਦਾਰ ਹੋ ਰਹੇ ਨੇ, ਕੰਨਾਂ ਦੇ ਨਾਲ ਸੁਣਿਆ ਜਾ ਰਿਹਾ ਹੈ। ਜ਼ੁਬਾਨ ਦੇ ਵਿੱਚੋਂ ਵਾਹਿਗੁਰੂ 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 ਨਿਕਲ ਰਿਹਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਸਰੀਰ ਰੂਪੀ ਚੋਲੇ ਰੰਗੇ ਆ, ਕੰਤ ਤਿਨਾ ਕੈ। ਗੁਰੂ ਨਾਨਕ ਜੀ ਕਹਿੰਦੇ ਰੱਬ ਉਹਨਾਂ ਦੇ ਕੋਲ ਹੈ, ਉਹਨਾਂ ਨੂੰ ਕਿਤੇ ਲੱਭਣ ਦੀ ਲੋੜ ਨਹੀਂ। ਮਹਾਂਪੁਰਖ ਕਹਿੰਦੇ ਸਨ 9 ਦਰਵਾਜ਼ੇ ਬੰਦ ਕਰ ਦਿਓ, 10ਵਾਂ ਆਪੇ ਖੁੱਲ ਜੇ। ਬਸ ਇਹ 9 ਦਰਵਾਜ਼ਿਆਂ ਨੂੰ ਸੰਭਾਲਣ ਵਾਸਤੇ ਸਾਰੀ ਗੁਰਬਾਣੀ ਦਾ ਜ਼ਿਕਰ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਰੋਜ਼ ਆਨੰਦ ਸਾਹਿਬ 'ਚ ਕਿਰਪਾ ਕਰਦੇ ਆ, ਜਿਹੜੇ ਤੁਹਾਡੇ 'ਚ ਨਿਤਨੇਮੀ ਹੈ। ਮਹਾਰਾਜ ਜੀ ਰੋਜ਼ ਨਿਤਨੇਮ 'ਚ ਕਹਿੰਦੇ ਹਨ ਕਿ ਚੇਤਾ ਰਵੇ। ਨਿਤਨੇਮ ਦਾ ਭਾਵ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਰਸਨਾ ਤੂੰ ਆਪਣੀ ਜੀਵ ਨੂੰ ਸੰਭਾਲ। ਫਿਰ ਮਹਾਰਾਜ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮ ਮੈਂ, ਅੱਖਾਂ ਨੂੰ ਸੰਭਾਲ। ਇਹ ਸਰਵਣੋ ਮੇਰਿਓ, ਇਹ ਮੇਰੇ ਕੰਨੋਂ ਆਪਣੇ ਆਪ ਨੂੰ ਸੰਭਾਲੋ। ਤੋ ਮੁੜ ਕੇ ਮੁੱਕ ਦੀ ਗੱਲ ਮੁਕਾ ਕੇ ਕੀ ਕਹਿਤਾ, ਇਹ ਸਰੀਰਾ ਮੇਰਿਆ ਇਸ ਜੱਗ ਮੈਂ। ਕੋਈ ਗੱਲ ਪਿੱਛੇ ਰਹਿਣ ਹੀ ਨਹੀਂ ਦਿੱਤੀ। ਸਾਰਾ ਸਰੀਰ ਨੂੰ ਪੁੱਛ ਲਿਆ ਵੀ ਤੂੰ ਆਇਆ ਕੀ ਲੈਣਾ। ਇਹ ਸੋਹਣਾ ਸਰੀਰ ਕਿਆ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ। ਗੁਰੂ ਅਮਰਦਾਸ ਰੋਜ਼ ਹੁਣ ਨਿਤਨੇਮ 'ਚ ਗੱਲਾਂ ਕਰੀਦੀਆਂ ਵੀ ਜਿੱਦਣ ਦਾ ਆਇਆ ਦੁਨੀਆ 'ਤੇ ਕੀਤਾ ਕੀ ਹੋ। ਜਿਨ ਹਰ ਤੇਰਾ, ਜਿੰਨੇ ਤੈਨੂੰ ਬਣਾਇਆ ਸੋ ਹਰ ਮਨ ਨਾ, ਤੇ ਤੂੰ ਉਹਦਾ ਚੇਤਾ ਹੀ ਭੁਲਾ ਛੱਡਿਆ। ਇਹ ਗੁਰੂ ਅਮਰਦਾਸ ਜੀ ਦੇ ਬੋਲ ਹੈ ਮਿੱਠੇ। ਮਹਾਰਾਜ ਜੀ ਰੋਜ਼ ਜਦੋਂ ਭੋਗ ਪੈਂਦਾ ਪੰਜਵੀਂ ਬਾਣੀ ਆਨੰਦ ਸਾਹਿਬ ਦੀ, ਤੇ ਜਦੋਂ ਬੰਦਾ ਇੱਦਾਂ ਪੜ੍ਹਦਾ ਸੱਚੀ ਆਨੰਦ ਆ ਗਿਆ ਵੀ ਵਾਕਿਆ ਇਸ ਦੁਨੀਆ 'ਤੇ ਆ ਕੇ ਕੀਤਾ ਵੀ ਕੀ ਹੈ। ਮੈਂ ਕੁਛ ਨਹੀਂ ਕੀਤਾ, ਮੈਂ ਨਾ ਕਰ ਸਕਿਆ ਹੀ ਹੈ, ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਕਿਆ ਜਾਨੋ
ਤਿਸ ਹਰ ਕੀਆ ਭਇਓ ਕਬੀਰ। ਕਬੀਰ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਚੋਲੇ ਰੰਗੇ ਗਏ, ਭਾਵ ਅੱਖਾਂ ਦੇ ਵਿੱਚ ਨਿਮਰਤਾ, ਕੰਨਾਂ ਦੇ ਵਿੱਚ ਗੁਰਬਾਣੀ, ਜ਼ੁਬਾਨ ਦੇ ਉੱਤੇ ਸਿਮਰਨ, ਤੇ ਹੱਥ ਉਹਨਾਂ ਦੀ ਸੇਵਾ 'ਚ ਜੁੜੇ ਹੈ, ਚਰਨ ਉਹਨਾਂ ਦੀ ਸੰਗਤ ਵੱਲ ਨੂੰ ਹੈ। ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਦਇਆ ਕਰਦੇ ਨੇ, ਆਪ ਵਿੱਚ ਵਰਤਦੇ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਇੱਦਾਂ ਦਾ ਮੈਨੂੰ ਮਿਲੇ, ਮੈਂ ਤੇ ਅਰਦਾਸ ਹੀ ਇਹ ਕਰਦਾ ਏ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਕਹਿੰਦੇ ਕੋਈ ਅਰਦਾਸ ਕਰਦਾ ਮਹਾਰਾਜ ਤੰਦਰੁਸਤੀ ਬਖਸ਼, ਕੋਈ ਅਰਦਾਸ ਕਰਦਾ ਮਹਾਰਾਜ ਜੀ ਮੇਰਾ ਵਿਆਹ ਹੋ ਜੇ, ਕੋਈ ਅਰਦਾਸ ਕਰਦਾ ਮੈਂ ਬਾਹਰ ਚਲਾ ਜਾਵਾਂ, ਕੋਈ ਅਰਦਾਸ ਕਰਦਾ ਮੇਰਾ ਘਰ ਬਣ ਜਾਵੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਮਰਦਾਨਾ ਕਹਿੰਦੇ ਤੁਸੀਂ ਕਿਹੜੀ ਅਰਦਾਸ ਕਰੀ ਜਾਂਦੇ, ਵੀ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ, ਵੀ ਉਹਨਾਂ ਦੀ ਧੂੜੀ ਕੀ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਾ ਜਿਹਨੂੰ ਰੱਬ ਦੇ ਪਿਆਰਿਆਂ ਦੀ ਧੂੜੀ ਮਿਲ ਗਈ ਨਾ, ਉਹਦੇ ਲੋਕ ਸੁਖੀਏ। ਸੰਗਤ ਦੀ ਧੂੜੀ ਦੇ ਵਿੱਚ, ਸੰਗਤ ਦੀ ਸੀਸ ਦੇ ਵਿੱਚ ਇੰਨੀ ਤਾਕਤ ਹੈ, ਸੰਗਤ ਦੀ ਧੂੜ ਦੇ ਵਿੱਚ ਵੀ ਬਰਕਤਾਂ, ਅੱਜ ਵੀ ਬਰਕਤਾਂ ਹੈ, ਕੋਈ ਇਹਨੂੰ ਨੈਗੇਟਿਵ ਨਾ ਸਮਝੇ। ਤੁਮਾਰੇ ਸੱਚੇ ਪਾਤਸ਼ਾਹ ਦੀ ਸੰਗਤ ਦੀ ਧੂੜ ਲਾ ਕੇ ਪ੍ਰੇਮੀ ਕੋੜੀ ਵਰਗੇ ਦੇ ਕੋੜ ਠੀਕ ਹੋ ਗਏ। ਇਹ ਬਾਹਰੀ ਅਰਥ ਵੀ ਪੰਕਤੀ ਦੇ ਤੇ ਅੰਦਰੂਨੀ ਵੀ। ਧੂੜ ਕੀ ਹੈ? ਸੰਗਤ ਦੀ, ਸੰਗਤ ਦੇ ਵਿੱਚ ਆ ਕੇ ਨਿਮਰਤਾ 'ਚ ਬਹਿ ਜਾਣਾ, ਸਭ ਤੋਂ ਨੀਵਾਂ ਆਪਣੇ ਆਪ ਨੂੰ ਸਮਝ ਲੈਣਾ, ਸਾਰਾ ਰਸ ਆਪ ਹੀ ਲੈ ਜਾਣਾ। ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਾ ਅਸੀਂ ਧੂੜੀ ਮੰਗਦੇ ਹਾਂ। ਜਿਹਨੂੰ ਨੰਦ ਲਾਲ ਜੀ ਲਿਖਦੇ ਹੈ, ਅਰਦਾਸ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੰਦ ਲਾਲ ਕੀ ਅਰਦਾਸ ਕੀਤੀ ਹੈ? ਕਹਿੰਦੇ ਅਰਦਾਸ ਕਰਦਾ ਸਤਿਗੁਰੂ ਅੱਗੇ ਕਿ ਹੇ ਵਾਹਿਗੁਰੂ ਜੀ ਜਦੋਂ ਮੇਰਾ ਸੰਸਕਾਰ ਹੋਵੇ ਨਾ ਤੇ ਮੇਰੀ ਰਾਖ ਪਈ ਹੋਵੇ ਤੇ ਇੱਕ ਕਿਰਪਾ ਕਰਿਓ ਕਿਤੇ ਹਵਾ ਤੇਜ਼ੀ ਨਾ ਚਲਾਇਓ, ਤੇ ਜੇ ਚਲਾਉਣੀ ਵੀ ਹਵਾ ਤੇ ਜਿੱਧਰੋਂ ਮੇਰੀ ਸੰਗਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਲੰਘ ਰਹੇ ਹੋਣ ਉਧਰ ਨੂੰ ਚਲਾਇਓ। ਮਹਾਰਾਜ ਕਹਿੰਦੇ ਕਿਉਂ? ਅਰਦਾਸ ਸੀ ਕਹਿੰਦੇ ਗੁਰੂ ਦਰੋਂ ਨਾ ਚੱਕ ਲਿਜਾਈ ਮੇਰੀ ਖਾਕ ਹਵਾਏ, ਨਹੀਂ ਤੇ ਲੋਕੀ ਦੇਣਗੇ ਤਾਨੇ ਇਹਨੇ ਥਾਂ ਥਾਂ ਨੇ ਲਗਾਏ। ਕਿੰਨਾ ਪਿਆਰ ਸੀ ਗੁਰੂ ਗੋਬਿੰਦ ਸਿੰਘ ਦੇ ਨਾਲ। ਸੋਨੇ ਦੀ ਕੁਰਸੀ ਨੂੰ ਲੱਤ ਮਾਰਨ ਵਾਲਾ ਇਹ ਨੰਦ ਲਾਲ। ਅੱਜ ਤੇ ਨਿੱਕੀ ਪਲਸ਼ਕੜ ਦੀ ਕੁਰਸੀ ਤੋਂ ਦੁਸ਼ਮਣੀਆਂ ਪਾਈ ਫਿਰਦੇ ਐ, ਜਾਤਾਂ ਪਾਤਾਂ 'ਚ ਵੰਡੀ ਜਾਂਦੇ, ਦੇਸ਼ ਨੂੰ ਲੜਾਈ ਵਧਾਈ ਜਾਂਦੇ ਐ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਰਾਖਾ ਪੰਜਾਬ ਦੀ ਧਰਤੀ ਦਾ। ਨਿਤ ਨਵੇਂ ਦਿਨ ਸਿਆਸਤ ਦੇ ਵਿੱਚ ਨਵਾਂ ਮੋੜ ਆਉਂਦਾ ਹੈ ਤੇ ਬਰਬਾਦੀ ਪੰਜਾਬ ਦੀ। ਕੁਝ ਬੱਚੇ ਚਲੇ ਗਏ, ਕੁਝ ਉਂਝ ਮੌਤ ਲੈ ਗਈ ਬਜ਼ੁਰਗਾਂ ਨੂੰ, ਜਿਹੜੇ ਬੱਚੇ ਇਹਨਾਂ ਲੜ ਮਰ ਜਾਣਾ। ਕੋਈ ਕਿਸੇ ਨੂੰ ਕਹਿੰਦਾ ਤੂੰ ਆਹ ਜਾਤ ਦਾ ਰਹੋ ਵਿਚਾਰ, ਆਪਾਂ ਵਿਸ਼ੇ ਵੱਲ ਤੁਰਨਾ ਏ। ਨੰਦ ਲਾਲ ਨੇ ਇੰਨਾ ਰੁਤਬਾ ਪਾਇਆ, ਸੋਨੇ ਦੀ ਕੁਰਸੀ ਸੱਜੇ ਪਾਸੇ ਔਰੰਗਜ਼ੇਬ ਦਿੰਦਾ ਸੀ, ਕਹਿੰਦਾ ਬਹਿ ਜਾ ਇੱਥੇ, ਪਰ ਇੱਕ ਸ਼ਰਤ ਹੈ, ਇਸ ਕੁਰਸੀ ਤੇ ਬਹਿਣ ਤੋਂ ਪਹਿਲਾਂ ਤੈਨੂੰ ਧਰਮ ਛੱਡਣਾ ਪਊਗਾ, ਆਪਣਾ ਧਰਮ ਛੱਡਣਾ ਪਊਗਾ। ਤੇ ਆਪਣੇ ਵਰਗਾ ਹੁੰਦਾ ਤੇ ਕਹਿੰਦਾ ਮੈਂ ਤੇ ਅੱਗੇ ਹੀ ਛੱਡਿਆ ਬੜੇ ਚਿਰ ਦਾ, ਮੈਨੂੰ ਬਹਾਉਣ ਦੀ ਕਰੋ ਤੁਸੀਂ ਬਸ। ਪਰ ਕਿੱਦਾਂ ਦਾ ਪਿਆਰਾ ਸੀ, ਕਹਿਣ ਲੱਗੇ ਜੇ ਧਰਮ ਛੱਡ ਕੇ ਕੁਰਸੀ ਤੇ ਬਹਿਣਾ ਤੇ ਇਹੋ ਜਿਹੀ ਕੁਰਸੀ ਦੀ ਲੋੜ ਹੀ ਕੋਈ ਨਹੀਂ, ਮੈਂ ਨਹੀਂ ਲੈਣੀ ਇਹੋ ਜਿਹੀ ਕੁਰਸੀ ਜਿੱਥੇ ਧਰਮ ਛੱਡਣਾ ਪਵੇ। ਮੈਂ ਤੇ ਉਹ ਪਦਵੀ ਲੈਣੀ ਜਿੱਥੇ ਸਿਰ ਵੀ ਲੈ ਜੇ ਤੇ ਧਰਮ ਵੀ ਬਾਜੇ। ਉੱਥੋਂ ਫਿਰ ਆਇਆ ਸੀ ਅਨੰਦਪੁਰ ਬਾਪੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ, ਤੇ ਮਹਾਰਾਜ ਨੇ ਭਾਂਡਿਆਂ ਦੀ ਸੇਵਾ ਦਿੱਤੀ, ਬੜੀ ਸੇਵਾ ਕੀਤੀ, ਸਰਮੌਰ ਵੀ ਕਵੀਆਂ ਦਾ ਥਾਪਿਆ। ਪਰ ਹਜ਼ੂਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਪਾਤਰ ਅੱਜ ਅਰਦਾਸ ਕੀ ਕਰਦੇ, ਕਹਿੰਦੇ ਗੁਰੂ ਦਰੋਂ ਨਾ ਚੱਕ ਲਜਾਈ ਮੇਰੀ ਖਾਕ ਹਵਾਏ, ਨਹੀਂ ਤੇ ਲੋਕੀ ਦੇਣਗੇ ਤਾਨੇ, ਨਹੀਂ ਤੇ ਲੋਕੀ ਦੇਣਗੇ ਮਿਹਣੇ, ਨੇ ਥਾਂ ਥਾਂ ਨੇ ਲਗਾਈ। ਮਹਾਰਾਜ ਇੱਕੋ ਅਰਦਾਸ ਹੈ, ਸੇਵਾ ਤੇਰੇ ਘਰ 'ਚ ਕੀਤੀ ਹੈ, ਜਦੋਂ ਸੰਸਕਾਰ ਹੋਏ ਤੇ ਮੇਰੀ ਮਿੱਟੀ ਜਿਹੜੀ ਹੈ ਸਿਵਿਆਂ ਦੀ, ਪਹਿਲੀ ਗੱਲ ਤੇ ਹਵਾ ਵਗਣ ਨਾ ਦੇਈ,
ਤੇ ਜੇ ਵਗ ਵੀ ਜਾਵੇ ਤੇ ਉਹਨੂੰ ਇੰਨਾ ਕੁ ਸੁਨੇਹਾ ਦੇ ਦੀ, ਕਿਉਂਕਿ ਮੈਂ ਆਸਾ ਦੀ ਵਾਰ ਪੜ੍ਹਦਾ ਰਿਹਾ ਸਾਰੀ ਜ਼ਿੰਦਗੀ, ਉਹਦੇ ਵਿੱਚ ਲਿਖਿਆ ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਵਾਹਿਗੁਰੂ ਤੇਰੇ ਪਿਆਰ ਦੇ ਵਿੱਚ ਹੀ ਸਾਰੇ ਤੁਰੇ ਫਿਰਦੇ ਆ। ਇਸ ਕਰਕੇ ਕਿਰਪਾ ਕਰਿਓ, ਦਇਆ ਕਰਿਓ, ਬਸ ਇੰਨੀ ਕੁ ਮਿਹਰ ਕਰਿਓ, ਮੇਰੀ ਖਾਕ ਨੂੰ ਸੰਗਤਾਂ ਦੇ ਅੱਗੇ ਵਿਛਾ ਦਿਓ। ਤੇਰੀ ਸੰਗਤ ਉੱਤੋਂ ਦੀ ਲੰਘੂਗੀ ਤੇ ਉਹਨਾਂ ਦੇ ਚਰਨਾਂ ਵਿੱਚ ਇੰਨੀ ਤਾਕਤ ਹੈ, ਜੇ ਮੇਰੀ ਰੂਹ ਤੋਂ ਗਲਤੀ ਵੀ ਹੋਈ ਹੋਵੇ ਤੇ ਮੇਰੀ ਰੂਹ ਬਾਜੇਗੀ। ਤਾਂ ਮਾਰੇ ਨੇ ਕਿਹਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਆ ਕੇ ਇੱਥੇ ਬਹਿ ਜਾਂਦਾ, ਭਾਵੇਂ ਨਹੀਂ ਸਮਝ ਆਉਂਦੀ ਕੋਈ ਗੱਲ ਨਹੀਂ, ਮਹਾਰਾਜ ਕਹਿੰਦੇ ਉਹਨੇ ਤਰ ਜਾਣਾ ਹੈ। ਵਾਹਿਗੁਰੂ ਸਾਧਿਪਤੀ ਸਵੈ ਤਰੰਗ ਲਾਗੀ ਪਸਮੰਗਾ, ਜਟਾ ਸੀਸ ਦਿਨ ਧੂਸਰ ਰੰਗਾ। ਹੁਣ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਰਜਤਪਣ ਦਿੱਤੇ ਗਏ। ਬਾਪੂ ਮਹਿਤਾ ਕਲਿਆਣ ਦਾਸ ਤੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕਹਿ ਰਹੇ ਕਿ ਪਾਤਸ਼ਾਹ ਜਦੋਂ 20 ਰਜਤਪਣ ਦਿੱਤੇ 20 ਰੁਪਈਏ, ਕਹਿੰਦੇ ਮੇਰੀ ਤਲੀ ਤੇ ਰੱਖ ਕੇ ਕਹਿੰਦੇ ਬਾਲਾ ਤੂੰ ਭਲਾ ਸਿਆਣਾ ਏ, ਇਹ ਨਾਨਕ ਦੇ ਨਾਲ ਜਾਈ ਤੇ ਸੌਦਾ ਧਿਆਨ ਨਾਲ ਲਈ। ਤੇ ਬਾਬੇ ਨਾਨਕ ਨੂੰ ਨਹੀਂ ਸੀ ਫੜਾਏ, ਇਹ ਪੋਥੀ ਕਹਿ ਰਹੀ ਹੈ। ਭਾਈ ਸੰਤੋਖ ਸਿੰਘ ਜੀ ਕਹਿ ਰਹੇ ਕਿਉਂਕਿ ਉਹਨੇ ਪੈਸੇ ਰੱਖ ਕੇ ਤੇ ਮੁੱਠ ਬੰਦ ਕੀਤੀ ਸੀ ਨੇ, ਇਦਾਂ ਕਰਕੇ ਨਾ ਪਿਆਰ ਦੇ ਕੇ ਐਂ ਕਰ ਦਈਦਾ। ਤੇ ਭਾਈ ਬਾਲਾ ਜੀ ਨੂੰ ਇਦਾਂ ਪਿਆਰ ਦੇ ਕੇ ਇਦਾਂ ਕਰ ਦਿੱਤਾ। ਤੇ ਗੁਰੂ ਨਾਨਕ ਨੂੰ ਤਾਂ ਨਹੀਂ ਕੀਤਾ ਕਿਉਂਕਿ ਬਾਪੂ ਨਹੀਂ ਮੁੱਠ ਘੁੱਟਦਾ, ਉਹ ਤਾਂ ਖੁੱਲਾ ਹੀ ਦਿੰਦਾ ਗੱਫਾ। ਇਹ ਮੁੱਠਾਂ ਘੁੱਟਣ ਵਾਲੇ ਆਪਾਂ ਹੀ ਆ, ਜੰਮੇ ਜਿੱਦਣ ਉਦਣ ਵੀ ਨਿੱਕੇ ਜਿਹੇ ਇਦਾਂ ਅੱਖਾਂ ਤੇ ਇਦਾਂ ਹੱਥ ਸੀ ਆਪਣੇ। ਤੇ ਦਾਈ ਵਿਚਾਰੀ ਨੇ ਖੋਲ ਕੇ ਵੇਖੇ ਵੀ ਕਿਤੇ ਕੰਮ ਵੀ ਕਰਦੇ, ਕਿਤੇ ਟੁੰਡਾ ਤਾਂ ਨਹੀਂ ਹੈ। ਫਿਰ ਉਹਨੇ ਇਦਾਂ ਝੱਸ ਕੇ ਜਾਲਾ ਲਾ ਕੇ ਖੋਲੇ, ਫਿਰ ਅੱਖਾਂ ਖੋਲੀਆਂ, ਕੰਨ ਖੋਲੇ, ਹੈ ਨਾ ਜੀ। ਇਹ ਬਰੀਕ ਕਥਾ ਹੈ। ਤੋ ਇਸ ਕਰਕੇ ਦਾਈ ਖੋਲਦੀ ਸੀ ਮੁੱਠ, ਆਪਾਂ ਫੇਰ ਘੁੱਟ ਲੈਂਦੇ ਸੀ, ਕਿਉਂਕਿ ਫਿਦਰਤ ਆਪਣੀ ਆਪਾਂ ਸਾਰੀ ਜ਼ਿੰਦਗੀ ਮੁੱਠਾਂ ਘੁੱਟਦੇ ਹੀ ਮਰ ਜਾਣਾ। ਇਸ ਕਰਕੇ ਜਿਹਨੂੰ ਰੱਬ ਨੇ ਖੁੱਲਾ ਗੱਫਾ ਦਿੱਤਾ, ਇਹਨੂੰ ਮੁੱਠ ਨੂੰ ਖੋਲਿਆ ਕਰੋ, ਕਿਤੇ ਤੁਹਾਡਾ ਭਲਾ ਹੋਵੇ। ਕਿਤੇ ਮਹਾਰਾਜ ਨੇ ਮਿਹਰ ਕੀਤੀ, ਕਾਹਤੋਂ ਇਦਾਂ ਕਰਦੇ ਹੁੰਦੇ ਆ ਤੁਹਾਡੇ ਉੱਤੇ ਮਹਾਰਾਜ ਦੀ ਦਿਆਲਤਾ ਹੈ। ਚਲੋ ਜਿਹੜਾ ਗਰੀਬ ਗੁਰਬਾ ਉਹਨੇ ਤੇ ਕਹਿਣਾ ਕੀ, ਤੇ ਜਿਹਦੇ ਤਿੰਨੇ ਚਾਰੇ ਬੱਚੇ ਬਾਹਰ ਹੋਣ, ਮੈਨੂੰ ਦੱਸੋ ਉਸ ਬੰਦੇ ਨੂੰ 1 ਮਹੀਨੇ ਦਾ 40,000 ਦਸਵੰਧ ਬਣਦਾ। ਜਿਹਦੇ 4 ਬੱਚੇ ਬਾਹਰ ਹੈ ਤੇ 4 ਲੱਖ ਤਾਂ ਬਣ ਹੀ ਜਾਂਦਾ, ਸਿਆਣੇ ਤੁਸੀਂ। ਤੇ 4 ਲੱਖ ਦਾ 1 ਲੱਖ ਦਾ ਦਸਵੰਧ ਕਿੰਨਾ? 10,000। ਤੇ 4 ਦਾ ਕਿੰਨਾ ਬਣ ਗਿਆ? 40। ਤੇ 40 ਤੇ ਗੁਰੂ ਨਾਨਕ ਨੇ ਕਿਹਾ ਵਾ ਤੈਨੂੰ ਵੀ ਜਿੱਦਾਂ ਸਰਕਾਰ ਟੈਕਸ ਲੈਂਦੀ ਨਾ, ਵੀ ਇਹ ਤੈਨੂੰ ਦੇਣੇ ਪੈਣੇ ਆ, ਪਰ ਗੁਰੂ ਨਾਨਕ ਨੇ ਕਿਹਾ ਇਹ ਟੈਕਸ ਦੇ ਦੀ ਤੇ ਤੇਰੀ ਆਤਮਾ ਸੌਖੀ ਰਹੂ। ਪਰ ਕਿਤੇ ਆਪਾਂ ਇਮਾਨਦਾਰੀ ਨਾਲ ਦਿੰਦੇ ਤੇ ਨਹੀਂ ਆ, ਉਸ ਕਰ ਕਿਉਂਕਿ ਆਪਾਂ ਭੁੱਖ ਵੇਖੀ ਆ। ਜਿਨ੍ਹਾਂ ਨੇ ਭੁੱਖ ਵੇਖੀ ਹੋਵੇ ਉਹ ਕਿੱਥੋਂ ਦੇ ਸਕਦੇ ਆ, ਆਖੋ ਸਤਨਾਮ। ਉਹ ਜਦੋਂ ਵੇਖੀਦਾ ਨਾ ਵੀ 40,000 ਦਸਵੰਧ, 40,000 ਕਿਤੇ ਮਸਾਂ ਬਣਦਾ ਜੀ। ਪਰ ਮਹਾਰਾਜ ਨੇ ਆਖਿਆ ਵੀ ਇੱਕ ਚੀਜ਼ ਨਾ ਭੁੱਲੀ, ਜਿਹੜਾ ਤੇਰੇ ਪੇਟ ਵਿੱਚ ਗਈ ਰੋਟੀ ਨੂੰ ਬਲੱਡ ਬਣਾਉਂਦਾ ਏ, ਇਹ ਉਹਦੀ ਭੇਟਾ ਏ। ਇਹ ਭੇਟਾ ਜਿਹੜੀ ਹੈ ਗਰੀਬ ਦਾ ਮੂੰਹ ਗੁਰੂ ਦੀ, ਇਹ ਤੇਰਾ ਫਰਜ਼ ਬਣਦਾ ਏ। ਤੇ ਫਿਰ ਕਹਿੰਦਾ ਜੀ ਮੈਂ ਨਹੀਂ ਦੇਣੇ। ਤੇ ਮਹਾਰਾਜ ਕਹਿੰਦੇ ਜੋ ਬਾਬੇ ਕੋ ਦਾਨ ਨਾ ਦੇ ਹੈ ਤਾਂ ਕੋ ਵੈ ਬਾਬਰ ਕੇ ਲੈ ਹੈ। ਉਦੋਂ ਬਾਬਰ ਚੜ੍ਹ ਕੇ ਆਉਂਦਾ ਸੀ। ਮਹਾਰਾਜ ਕਹਿੰਦੇ ਜਿਹੜੇ ਬਾਬੇ ਨੂੰ ਨਹੀਂ ਦਿੰਦੇ ਉਹਨਾਂ ਨੂੰ ਬਾਬਰ ਲੈ ਜਾਂਦਾ। ਤੇ ਅੱਜ ਬਾਬਰ ਕੌਣ? ਡਾਕਟਰ ਬਾਬਰ ਕੀ ਆ। ਕਿਤੇ ਕਾਬੂ ਜਿਹੜਾ ਆ ਜੇ 2-2.5 ਲੱਖ ਤਾਂ ਕਿਸੇ ਨੇ ਜੰਮਿਆ ਹੀ ਨਹੀਂ ਵੀ ਹਸਪਤਾਲ ਚੋਂ ਨਿਕਲ ਜੂ ਇਹ ਤੋਂ ਪਹਿਲਾਂ। ਤੇ ਫਿਰ ਵੀ ਸਿਫਾਰਸ਼ ਪਾ ਕੇ ਕਈ ਵਾਰ ਚੰਗਾ ਭਲਾ ਹੋਵੇ, ਜੇ ਕਹਿੰਦੇ 3 ਕੁ ਦਿਨ ਲੱਗਦੇ, ਉਹਨਾਂ ਦੇ ਤੇ ਆਪੇ ਲੱਗਣੇ ਵੀ ਸਵੇਰੇ 9 ਵਜੇ ਨੂੰ ਕਹਿੰਦੇ ਕਾਊਂਟਰ ਤੇ 25,000 ਜਮ੍ਹਾਂ ਕਰਾ ਦਿਓ। ਤੇ ਮੇਰੇ ਵਰਗਾ ਤੁਰਿਆ ਜਾਂਦਾ ਨਾਲੇ ਕਹਿੰਦਾ ਹੁੰਦਾ ਕਿਤੇ ਦਾਲ ਹੀ 2 ਕਿਲੋ ਲੰਗਰ 'ਚ ਬਣਾ ਦਿੰਦਾ। ਸਤਨਾਮ ਅੱਜ ਇੱਥੇ ਨਾ ਧੱਕੇ ਖਾਣੇ ਪੈਂਦੇ। ਤੇ ਇਸ ਕਰਕੇ ਕਹਿੰਦੇ ਪੈਂਦ ਸੌਂ, ਪੰਜਾਬੀ ਦੀ ਕਹਾਵਤ ਬਜ਼ੁਰਗਾਂ ਦੀ, ਪੈਂਦ ਸੌਂ ਸਰਾਣੇ ਸੌਂ ਲੱਕ, ਵਿਚਾਲੇ ਹੀ ਆਉਣਾ ਏ। ਇਹ ਤੇ ਮਰਜ਼ੀ ਤੁਹਾਡੀ ਵੀ ਜੱਸ ਖੱਟਣਾ ਕਿ ਹੱਥ ਜੋੜ ਕੇ ਦੇਣੇ ਹੈ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਬਾਲਾ ਫੜ ਲਾ ਪੈਸੇ।
ਬਾਪੂ ਨੂੰ ਪਤਾ ਕੋਈ ਨਹੀਂ ਵੀ ਇਹਦਾ ਅਜੇ ਵੀ ਜਿਹੜਾ ਮਰਜ਼ੀ ਦਾ ਮਾਲਕ ਹੈ, ਕਿਤੇ ਇੱਥੋਂ ਬਾਹਰ ਨਿਕਲਦਿਆਂ ਕੋਈ ਲੋੜਵੰਦ ਹੋਵੇ ਤੇ ਕਿਤੇ ਉਹਨੂੰ ਨਾ ਫੜਾ ਦਿੰਦਾ ਹੋਵੇ, ਕਿਉਂਕਿ ਇਹ ਤਾਂ ਅਮੀਰੀ ਦੀ ਗੱਲ ਹੈ। ਆਪਾਂ ਨੰਗੇ ਆਏ ਜੀ, ਨੰਗੇ ਜਾਣਾ। ਆਹ ਤਾਂ ਇੱਥੇ ਮਹਾਰਾਜ ਨੇ ਦੇਤਾ ਪ੍ਰੋਗਰਾਮ, ਕੱਪੜੇ ਲੀੜੇ ਗੱਡੀ ਘਰ ਘੁਰ, ਫਿਦਰ ਤਾਂ ਆਪਣੀ ਨੰਗਿਆਂ ਦੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੰਡ ਤੋਂ ਬਾਹਰ ਟੁਰੇ ਨੇ ਤੇ ਮਹਾਰਾਜ ਨੂੰ ਵਿਦਾ ਕਰਨ ਮਾਤਾ ਤ੍ਰਿਪਤਾ ਜੀ, ਬਾਪੂ ਮਹਿਤਾ ਕਲਿਆਣ ਦਾਸ ਜੀ, ਦਾਦੀ ਬਨਾਰਸੀ, ਦਾਦਾ ਸ਼ਿਵਰਾਮ ਜੀ, ਚਾਚਾ ਲਾਲੂ ਜੀ, ਇਹ ਰੂਹਾਂ ਪਰਿਵਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਦਾ ਕਰਨ ਵੀ ਅੱਜ ਸਾਡਾ ਪੁੱਤ ਚੰਗੇ ਪਾਸੇ ਤੁਰਿਆ। ਜਦੋਂ ਤੁਸੀਂ ਬੱਚਿਆਂ ਨੂੰ ਬਾਹਰ ਛੱਡਣ ਜਾਂਦੇ ਨਾ, ਕੁਝ ਦਿਨ ਪਹਿਲਾਂ ਵਾਹਵਾ ਸਮਾਂ ਹੋ ਗਿਆ, ਮੈਂ ਬੇਨਤੀ ਕੀਤੀ ਸੀ ਕਿਸੇ ਦੀ ਬੱਚੀ ਚੱਲੀ ਕੈਨੇਡਾ, ਉਹਦਾ ਕੋਈ ਭੈਣ ਭਰਾ ਨਹੀਂ, ਕੱਲੀ ਕੱਲੀ ਬੇਟੀ। ਬਾਪੂ ਉਹਦੇ ਨੂੰ ਅਟੈਕ ਹੋ ਗਿਆ 2 ਵਾਰੀ, ਸਰੀਰ ਕੰਮਦਾ ਸੀ ਤੇ ਜਦੋਂ ਚੜਾਉਣ ਲੱਗਾ ਤੇ ਕਹਿੰਦਾ ਧੀਏ ਉਰੇ ਆ, ਗੱਲ ਬੜੀ ਪਿਆਰੀ, ਤੁਸੀਂ ਗਾਂ ਵੀ ਵੰਡਿਆ ਕਰੋ, ਕੱਲੀ ਮੇਰੀ ਨਾ ਡਿਊਟੀ ਲਾਇਆ ਕਰੋ। ਬਾਬਾ ਜੀ ਸੁਣਾਉਣ, ਇਹ ਚੀਜ਼ਾਂ ਨੋਟ ਕਰੀਦੀਆਂ ਹੁੰਦੀਆਂ। ਤੁਸੀਂ ਵੀ ਗੁਰੂ ਘਰ ਦੇ ਪ੍ਰਚਾਰਕ ਹੋ, ਇੱਕ ਦੀਵਾ ਕਈ ਦੀਵੇ ਜਗਾ ਦਿੰਦਾ ਦੀਵਾਲੀ ਤੇ। ਬੱਚੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ, ਪੁੱਤ ਅੱਜ ਤੇਰਾ ਮੈਂ ਪੱਲਾ ਫੜਾ ਹੀ ਨਾ ਜਾਵਾਂ। ਪੱਲੇ ਦੀ ਰਸਮ ਬਾਪ ਕਰਦਾ ਹੁੰਦਾ। ਕਹਿੰਦੀ ਬਾਪੂ ਕਿੱਦਾਂ ਦੀਆਂ ਗੱਲਾਂ ਕਰਦਾ, ਅਜੇ ਮੇਰੀ ਕੋਈ ਮੰਗਣੀ ਨਹੀਂ ਹੋਈ, ਕਿਤੇ ਰਿਸ਼ਤਾ ਨਹੀਂ, ਤੇ ਪੱਲਾ ਕਿਹਨੂੰ ਫੜਾਉਣਾ ਹੀ। ਕਹਿੰਦੇ ਪੁੱਤ ਚੱਲੀ ਤੂੰ ਮੈਥੋਂ ਦੂਰ 7 ਸਮੁੰਦਰ ਪਾਰ, ਤੇ ਮੈਨੂੰ 2 ਅਟੈਕ ਹੋ ਗਏ, ਮੇਰਾ ਘੜੀ ਦਾ ਪਤਾ ਕੋ ਨਹੀਂ, ਪਰ ਤੈਨੂੰ ਯਾਦ ਜ਼ਰੂਰ ਆਉਣੀ ਜਦੋਂ ਫਿਰ ਤੇਰਾ ਵਿਆਹ ਹੋਇਆ, ਕਿਉਂਕਿ ਧੀਆਂ ਰੋਂਦੀਆਂ ਵੀ ਹੈ, ਚਾਚਾ ਤਾਇਆ ਮਾਮਾ ਫੜਾ ਤੇ ਦਿੰਦਾ ਹੀ ਹੈ, ਪਰ ਉਹ ਗੱਲ ਥੋੜਾ ਬਣਦੀ ਹੈ। ਕਹਿੰਦੇ ਤੇ ਮੇਰਾ ਦਿਲ ਕਰਦਾ ਅੱਜ ਹੀ ਫੜਾ ਜਾ। ਧੀ ਬੜੀ ਸਿਆਣੀ ਸੀ, ਕਹਿੰਦੀ ਪਾਪਾ ਕਿਹਦੇ ਨਾਲ ਫੜਾਉਂਗੇ, ਅਜੇ ਤਾਂ ਕੋਈ ਰਿਸ਼ਤਾ ਨਹੀਂ, ਕੋਈ ਗੱਲਬਾਤ ਨਹੀਂ, ਤੇ ਟਾਈਮ ਹੀ ਫਲੈਟ ਦਾ ਹੋ ਚੱਲਿਆ, ਬਸ ਮਿੰਟਾਂ ਦੀ ਖੇਡ ਰਹਿ ਗਈ ਹੈ। ਕਹਿਣ ਲੱਗੇ ਨਹੀਂ ਪੁੱਤ ਮੈਂ ਨਕਲੀ ਪੱਲੇ ਨਹੀਂ ਫੜਾਉਂਦਾ, ਅਸਲੀ ਫੜਾਉਂ। ਉਹ ਦੁਨੀਆ ਫੜਾਉਂਦੀ, ਉਹ ਪਤਾ ਨਹੀਂ ਕਿਸੇ ਨੇ 2 ਸਾਲ ਕੱਢਣੇ ਕਿ ਉੱਥੇ ਜਾ ਕੇ ਛੱਡ ਦੇਣਾ। ਕਈ ਇੱਦਾਂ ਹੀ ਕਰ ਗਏ, ਉਹ ਬੱਚਾ ਮਰ ਗਿਆ ਸੀ, ਉਹ ਮੈਡਮ ਉੱਧਰ ਜਾ ਕੇ ਉਹਨੇ ਪੁੱਛਿਆ ਹੀ ਨਹੀਂ। ਕਈਆਂ ਦੇ ਇੱਦਾਂ ਹੋ ਜਾਂਦਾ, ਰਹੋ ਵਿਚਾਰ। ਤੋ ਇਸ ਕਰਕੇ ਕਹਿਣ ਲੱਗਾ ਬੇਟਾ ਅੱਜ ਮੈਂ ਤੇਰਾ ਪੱਲਾ ਉਸ ਨੂੰ ਫੜਾਉਣਾ ਏ, ਧਿਆਨ ਦਿਓ, ਅੱਜ ਮੈਂ ਤੇਰਾ ਪੱਲਾ ਉਸ ਨੂੰ ਫੜਾਉਣਾ ਏ ਜਿਹੜਾ ਮਰਿਆਂ ਤੋਂ ਬਾਅਦ ਵੀ ਸਾਥ ਨਿਭਾਉਂਦਾ ਹੈ। ਕਹਿਣ ਲੱਗੀ ਪਿਤਾ ਜੀ ਜੀਵਨ ਸਾਥੀ ਜਿਉਂਦਿਆਂ ਦੇ ਹੈ, ਉਹ ਕਿਹੜਾ ਸਾਥੀ ਹੈ ਜਿਹੜਾ ਮਰਿਆਂ ਤੋਂ ਬਾਅਦ ਵੀ ਨਿਭਾਉਂਦਾ ਏ। ਮਹਾਰਾਜ ਸਾਹਿਬ ਜੀ ਕਿਰਪਾ ਕੀਤੀ, ਉਸ ਬਜ਼ੁਰਗ ਨੇ ਆਪਣੇ ਦਿਸ਼ਾਲੇ ਦੇ ਵਿੱਚੋਂ, ਆਪਣੇ ਝੋਲੇ ਦੇ ਵਿੱਚੋਂ 5 ਬਾਣੀਆਂ ਦਾ ਗੁਟਕਾ ਸਾਹਿਬ ਕੱਢਿਆ, 2 ਹੱਥਾਂ ਦੇ ਨਾਲ। ਕਹਿੰਦੇ ਧੀਏ ਝੋਲੀ ਕਰ। ਬੱਚੀ ਨੇ ਆਪਣਾ ਦੁਪੱਟਾ ਕੀਤਾ, ਉਹ 5 ਬਾਣੀਆਂ ਝੋਲੀ ਚ ਪਾ ਕੇ ਕਹਿੰਦੇ ਲੈ ਧੀਏ ਅੱਜ ਤੇਰਾ ਪੱਲਾ ਗੁਰੂ ਨਾਨਕ ਸਾਹਿਬ ਨੂੰ ਫੜਾ ਚੱਲਿਆ ਤੇ ਛੱਡੀ ਨਾ। ਕਈ ਵਾਰ ਗਲਤੀ ਕਰ ਜਾਂਦੇ, ਇੱਥੇ ਮੈਂ ਕਰਾਉਣਾ ਇਹਦੇ ਨਾਲ ਲਾਵਾਂ, ਤੇ ਕਿਤੇ ਨਾ ਕਿਤੇ ਕਈ ਕੀ ਹੁੰਦਾ ਕੋ ਜਦੋਂ ਫੇਰੇ ਹੁੰਦੇ ਤੇ ਧਿਆਨ ਵਿਸਰ ਜਾਂਦਾ, ਕਈ ਵਾਰੀ ਪੱਲਾ ਹੱਥ ਚੋਂ ਨਿਕਲ ਜਾਂਦਾ, ਤੇ ਕਈ ਤੇ ਸਿਆਣੇ ਹੁੰਦੇ ਤੇ ਕਈ ਤੇ ਫਿਰ ਕਹਿੰਦੇ ਓਹੋ ਬੜਾ ਮਾੜਾ ਹੋ ਗਿਆ, ਇਹ ਤੇ ਹੁਣ ਸਿਰੇ ਨਹੀਂ ਚੜਨਾ, ਕਿਉਂਕਿ ਇਹ ਤੇ ਅਪਸ਼ਗਨ ਹੋ ਗਿਆ ਵੀ ਧੀ ਤੋਂ ਪੱਲਾ ਹੀ ਛੁੱਟ ਗਿਆ। ਤੇ ਉਹ ਕਿਉਂਕਿ ਪਹਿਲਿਆਂ ਨੂੰ ਜ਼ਿਆਦਾ ਪਤਾ, ਹੁਣ ਜ਼ਿਆਦਾ ਪੜ੍ਹੇ ਲਿਖੇ ਹੈ ਨਾ। ਤੇ ਇੱਕ ਗੁੱਸਾ ਨਾ ਕਰਿਓ, ਮੇਰਾ ਕਥਾ ਦਾ ਵਿਸ਼ਾ ਹੈ। ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਾਂ, ਮੈਨੂੰ ਮਾਫ ਕਰ ਦਿਓ। ਅੱਗੇ ਅੱਜ ਤੋਂ 10 ਕੁ ਸਾਲ ਪਹਿਲਾਂ ਜਦੋਂ ਸ਼ੁਰੂ ਹੋਏ ਸਾਂ, ਤੇ ਮੈਂ ਜਿੰਨੇ ਵੀ ਆਨੰਦ ਕਾਰਜ ਕਰਾਏ, ਤੇ ਜਦੋਂ ਬਾਪੂ ਨੇ ਪੱਲਾ ਫੜਾਉਣਾ ਨਾ, ਤੇ ਧੀ ਰੋਂਦੀ ਹੁੰਦੀ ਸੀ ਇੱਕ ਵਾਰੀ। ਅੱਜ ਵੀ ਜਿਹੜੇ ਖਾਨਦਾਨੀ ਬੱਚੇ ਆ ਨਾ, ਉਹ ਧੀ ਇੱਕ ਵਾਰੀ ਰੋਂਦੀ ਸੀ। ਹੁਣ ਤੇ ਇੰਨੇ ਬੇਸ਼ਰਮ ਆ ਨਾ, ਆਹ ਰਿਕਾਰਡਿੰਗ ਕੈਮਰੇ ਦੀ ਵੇਖ ਲਓ, ਇੰਨੇ ਬੇਸ਼ਰਮ ਵੀ ਹੁਣ ਕਹਿਣਾ ਕੀ, ਤੁਸੀਂ ਸਿਆਣੇ ਹੀ ਹੈ ਵੀ ਮਹਾਰਾਜ ਦੀ ਹਜ਼ੂਰੀ ਹੈ ਤੇ ਆਨੰਦ ਕਾਰਜ ਹੋਣ ਦਿਆ, ਦੋਵੇਂ ਜੀ ਗੱਲਾਂ ਕਰੀ ਜਾਂਦੇ। ਇਹਦਾ ਮਤਲਬ ਵੀ ਉਹ ਤਾਂ ਪਹਿਲੋਂ ਤੋਂ ਅਟੈਚ ਆ ਨਾ। ਤੇ ਮੈਂ ਇਹ ਗੱਲ ਸੋਚ ਕੇ ਮੈਨੂੰ ਬੜਾ ਹੋਇਆ ਵੀ ਅੱਜ ਤੋਂ 10 ਸਾਲ ਪਹਿਲਾਂ 2-3 ਆਨੰਦ ਕਾਰਜ ਕਰਾਏ, ਤੇ ਜਦੋਂ ਪੱਲਾ ਫੜਾਉਣਾ ਤੇ ਧੀ ਨੇ ਉੱਚੀ ਉੱਚੀ ਰੋਣਾ, ਤੇ ਪਿੱਛੇ ਜਿਹੜੇ ਬੈਠੇ ਹੁੰਦੇ ਸੀ ਉਹਨੇ ਮੋਢੇ ਤੇ ਹੱਥ ਦੇਖਣਾ, ਪੁੱਤ ਏਦਾਂ ਨਹੀਂ। ਇੱਕ ਦਰਦ ਜਿਹਾ ਆ ਜਾਂਦਾ। ਹੁਣ ਤੇ ਖਤਮ ਹੀ ਹੋਈ ਕਹਾਣੀ।
ਬਾਬੇ ਫਰੀਦ ਨੇ ਸੱਚ ਹੀ ਕਿਹਾ, ਕਹਿੰਦੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਣ। ਬਾਬਾ ਫਰੀਦ ਕਹਿੰਦਾ ਜਿਨ੍ਹਾਂ ਦੇ ਪੱਥਰ ਵਰਗੇ ਦਿਲ ਹੈ, ਜਿਨ੍ਹਾਂ ਦੀਆਂ ਅੱਖਾਂ 'ਚੋਂ ਕਦੇ ਜਲ ਨਹੀਂ ਡਿੱਗਾ, ਕਈਆਂ ਦੇ ਦਿਲ ਬੜੇ ਮੋਮਬੱਤੀ ਵਰਗੇ। ਕਿਉਂਕਿ ਵੈਸੇ ਵੀ ਮਹਾਰਾਜ ਦੇ ਉਦਾਹਰਨ ਹੈ ਵੀ ਜਦੋਂ ਮੋਮਬੱਤੀ ਜਗਦੀ ਹੈ ਨਾ, ਇੰਨੀ ਕੁ ਮੁਲਾਇਮ ਹੋ ਜਾਂਦੀ, ਉਹਦੇ ਵਿੱਚ ਕੇਸ ਵੀ ਤੁਸੀਂ ਰੱਖੋਗੇ ਖੁੱਭ ਜਾਂਦਾ। ਤੇ ਸੁੱਕੀ ਮੋਮਬੱਤੀ ਹੋਵੇ ਤੇ ਉਹਦੇ 'ਚ ਤੁਸੀਂ ਸੂਈ ਵੀ ਮਾਰੋ ਤੇ ਨਹੀਂ ਲੰਘਦੀ। ਇਸੇ ਤਰ੍ਹਾਂ ਮਾਰੇ ਕਹਿੰਦੇ ਜਿਹੜੇ ਕਥਾ ਕੀਰਤਨ ਬਾਣੀ ਸੁਣ ਕੇ ਧਿਆਨ ਦਿੰਦੇ ਆ, ਉਹਨਾਂ ਦੀ ਫਿਰ ਅੰਦਰ ਦੀ ਜੋਤ ਜਗ ਜਾਂਦੀ। ਜਦੋਂ ਅੰਦਰ ਦੀ ਜੋਤ ਜਗਦੀ ਹੈ ਤੇ ਫਿਰ ਬਾਹਰਲਾ ਜਿਹੜਾ ਸਰੀਰ ਦਾ ਔਰਾ ਏ ਮੋਮਬੱਤੀ ਵਾਂਗੂ ਪਿਘਲ ਜਾਂਦਾ ਏ। ਉਹਨਾਂ ਨੂੰ ਕੋਈ ਮਹਾਂਪੁਰਖ ਕਹਿੰਦੇ ਹੁੰਦੇ ਸੀ, ਬਾਬਾ ਈਸ਼ਰ ਸਿੰਘ ਕਹਿੰਦੇ 2 ਘੰਟੇ ਗ੍ਰੰਥੀ ਡਿਊਟੀ ਲਾ ਕੇ ਉੱਠੇ, ਤਨ ਮਨ ਨਾ ਪੂਰੀ ਬਿਰਤੀ ਸੁੱਧ ਦੇ ਨਾਲ ਪਾਠੀ ਸਿੰਘ ਉੱਠਿਆ ਹੋਵੇ ਨਾ 2 ਘੰਟੇ ਬਾਅਦ, ਅਸੀਂ ਵੀ ਮਹਾਂਪੁਰਖਾਂ ਕੋ ਰਹੇ ਤੇ ਕਹਿੰਦੇ ਇੰਨਾ ਕੁ ਉਹਦਾ ਸਰੀਰ ਮੋਮਬੱਤੀ ਵਾਂਗੂ ਪਿਘਲਦਾ ਵੀ ਤਾਬਿਆ ਤੋਂ ਉੱਠਿਆ ਮਾੜਾ ਜਿਹਾ ਧੱਕਾ ਲਾ ਦਿਓ ਡਿੱਗ ਸਕਦਾ। ਜਿਹਨੇ ਬਿਲਕੁਲ ਬਿਰਤੀ ਲਾ ਕੇ ਪਾਠ ਕੀਤਾ ਹੋਵੇ, ਤੁਸੀਂ ਵੀ ਕਰਦੇ ਆ, ਇੰਨਾ ਗੁਰਬਾਣੀ ਅੰਦਰ ਨੂੰ ਜਗਾ ਕੇ ਤੇ ਬਾਹਰੋਂ ਇੰਨਾ ਮੁਲਾਇਮ ਕਰ ਦਿੰਦੀ ਹੈ, ਜਿੱਦਾਂ ਮੋਮਬੱਤੀ ਜਗਦੀ ਹੋਵੇ ਤੇ ਮਾੜਾ ਜਿਹਾ ਕੇਸ ਵੀ ਲਾਓ ਤੇ ਖੁੱਭ ਜਾਂਦਾ। ਬੁਝੀ ਮੋਮਬੱਤੀ ਦੇ ਸੂਈ ਮਾਰੋ ਤਾਂ ਵੀ ਨਹੀਂ ਲੰਘੇਗੀ। ਮਹਾਰਾਜ ਕਹਿੰਦੇ ਇਹੋ ਹੀ ਜਗਿਆਸੂ ਦੀ ਨਿਸ਼ਾਨੀ ਹੈ, ਜਿਹੜੇ ਨਿਤਨੇਮ ਕਥਾ ਕੀਰਤਨ ਕਰਦੇ ਸੁਣਦੇ ਆ, ਜਿਨ੍ਹਾਂ ਦੇ ਅੰਦਰ ਜੋਤ ਜਗ ਗਈ, ਉਹਨਾਂ ਦਾ ਬਾਹਰ ਦਾ ਔਰਾ ਮੋਮਬੱਤੀ ਵਾਂਗੂ ਪਿਘਲ ਗਿਆ। ਉਹਨਾਂ ਤੋਂ ਕਿਸੇ ਦਾ ਦੁੱਖ ਨਹੀਂ ਵੇਖਿਆ ਜਾਊ, ਅੱਖਾਂ 'ਚ ਪਾਣੀ ਆ ਜਾਊਗਾ, ਫਟਾਫਟ ਉਹਨਾਂ ਦੇ ਤੁਮਕੇ ਡਿੱਗਣਗੇ। ਐਸੀ ਹਾਲਤ ਸੀ ਮੇਰੇ ਗੁਰੂ ਤੇਗ ਬਹਾਦਰ ਬਾਪੂ ਦੀ। ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਤੇ ਤਿਆਗ ਮਲ ਨਾ ਰੱਖਿਆ, ਤੇ ਜਦੋਂ ਮਹਾਰਾਜ 7 ਸਾਲਾਂ ਦੇ ਤੇ ਵਿਆਹ ਚੱਲੇ ਬਾਬੇ ਗੁਰਦਿੱਤੇ ਦੇ, ਵੱਡਾ ਭਰਾ ਆਪਾਂ ਕਰਮਾਂ ਵਾਲੇ ਮਾਂ ਦਮੋਦਰੀ ਡੱਲੇ ਦੀ ਹੈ, ਤੇ ਡੱਲੇ ਵਾਸੀ ਸੰਗਤ ਭਾਰੀ, ਤੇ ਬੀਬੀ ਮਾਂ ਦਮੋਦਰੀ ਦੀ ਕੁੱਖ ਦੇ ਵਿੱਚੋਂ ਬਾਬਾ ਗੁਰਦਿੱਤਾ ਤੇ ਬੀਬੀ ਵੀਰੋ ਦਾ ਆਗਮਨ ਹੋਇਆ। ਤੇ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਜੋ ਵਰ ਮੰਗਿਆ ਸੋਈ ਦਿੱਤਾ। ਕਹਿੰਦੇ ਵਿਆਹ ਸੀ ਬਾਬੇ ਗੁਰਦਿੱਤੇ ਦਾ, ਤੇ ਮੇਰੇ ਗੁਰੂ ਤੇਗ ਬਹਾਦਰ ਨਾਵੇਂ ਨਾਨਕ ਜੀ ਤੁਰੇ ਜਾ ਰਹੇ। ਬੜੀ ਸੋਹਣੀ ਮਾਂ ਨੇ ਵਰਦੀ ਪਾਈ, ਸੋਹਣਾ ਦਿਸ਼ਾਲਾ ਪਾਇਆ। ਇੱਕ ਗਰੀਬੜਾ ਜਿਹਾ ਬੱਚਾ ਬਰਾਤ ਵਿੱਚ ਆਇਆ, ਜਿਹਦੇ ਨਿੱਕਰ ਹੈ, ਪੈਰਾਂ ਤੋਂ ਨੰਗਾ ਹੈ, ਠੰਡ ਹੈ ਤੇ ਕੰਬਦਾ ਹੈ। ਮਹਾਰਾਜ ਆਪਣੀ ਉਮਰ ਵੇਖ ਕੇ ਕਹਿੰਦੇ, ਸਜਣਾ ਤੇਰੀ ਮਾਂ ਨੇ ਤੈਨੂੰ ਕੱਪੜੇ ਨਹੀਂ ਪਾਏ? ਉਹ ਬੱਚਾ ਕਹਿੰਦਾ, ਨਹੀਂ, ਮੇਰੀ ਮਾਂ ਤਾਂ ਬੜਾ ਪਿਆਰ ਕਰਦੀ ਹੈ, ਪਰ ਮੈਂ ਕੀ ਕਰਾਂ, ਸਾਡੇ ਘਰ ਕੱਪੜੇ ਨਹੀਂ ਹੈਗੇ। ਤੇ ਕਿੱਦਾਂ ਦੇ ਦਿਆਲ ਸੀ, ਉਮਰ ਕਿੰਨੀ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਮਹਾਰਾਜ ਨੇ ਆਪਣੇ ਕੱਪੜੇ ਉਤਾਰ ਕੇ ਸਾਰੀ ਜੋ ਵੀ ਪੁਸ਼ਾਕ ਦੇ ਉੱਤੇ ਮੋਤੀ ਹੀਰੇ, ਜੋ ਵੀ ਦਸਤਾਰ ਸਾਰੀ ਦੀ ਸਾਰਾ ਸੰਪੂਰਨੀ ਬਾਣਾ ਉਹਨੂੰ ਪਾਤਾ। ਪਾ ਕੇ ਮਹਾਰਾਜ ਉਹਦਾ ਮੁੱਖ ਤੇ ਹੱਥ ਫੇਰ ਕੇ ਕਹਿੰਦੇ, ਤੂੰ ਬੜਾ ਸੋਹਣਾ ਹੋ ਗਿਆ। ਆਏ ਮੇਰੇ ਗੁਰੂ ਦਾ ਇਤਿਹਾਸ। ਅੱਜ ਜਿੰਨੇ ਬਾਬੇ ਹੋਣਗੇ ਤੁਹਾਡੀ ਛਿੱਲ ਲਾਉਣਗੇ ਚੰਗੀ ਤਰ੍ਹਾਂ, ਤੁਹਾਨੂੰ 5-7 ਚੌਂਕੀਆਂ 'ਚ ਕੱਖਾਂ ਤੋਂ ਹੌਲੇ ਕਰ ਦੇਣਗੇ, ਤੇ ਜਦੋਂ ਮੁੱਕ ਜਾਣਗੇ ਬਟੂਏ 'ਚ ਤੇ ਫਿਰ ਕਹਿਣਗੇ, ਨਹੀਂ ਕੰਮ ਤੁਹਾਡਾ ਭਾਰਾ, ਕਿਤੇ ਹੋਰ ਚੱਲ ਜਾਓ। ਸਿੱਖਾ ਆ ਕੇ ਤਾਂ ਵੇਖ ਬਾਪੂ ਕੋਲੇ, ਤੇ ਆਪ ਮਹਾਰਾਜ ਜੀ ਨੰਗ ਭੜੰਗੇ ਘਰੇ, ਅੱਗੇ ਬੈਠੇ ਬੇਬੇ ਨਾਨਕੀ, ਵਾਹਿਗੁਰੂ ਮਾਤਾ ਨਾਨਕੀ, ਨਾਂ ਰਲ ਜਾਂਦੇ ਬੇਬੇ ਨਾਨਕੀ, ਮਾਤਾ ਗੁਰੂ ਨਾਨਕ ਸਾਹਿਬ ਦੇ ਭੈਣ ਜੀ, ਤੇ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਦੇ ਦੂਜੇ ਮਹਿਲ ਆ। ਇਸ ਕਰਕੇ ਮਾਤਾ ਨਾਨਕੀ ਜੀ ਨੇ ਵੇਖਿਆ, ਕਹਿੰਦੇ, ਬੇਟਾ ਤੇਗ ਮੱਲ ਆ ਕੀ ਕੀਤਾ, ਕੱਪੜੇ ਕਿੱਥੇ? ਬਰਾਤ ਵਿੱਚੋਂ ਮੋੜ ਆਇਆ। ਕਹਿੰਦੇ, ਮਾਂ ਤੂੰ ਕਿੰਨਾ ਪਿਆਰ ਕਰਦੀ ਆ, ਤੇ ਮੇਰੇ ਕਿੰਨੇ ਕੱਪੜੇ ਤੂੰ ਤੇ ਮੈਨੂੰ ਹੋਰ ਦੇ ਦੇਂਗੀ, ਪਰ ਅੱਜ ਮੈਂ ਉਹਨੂੰ ਦੇ ਕੇ ਕੱਪੜੇ ਆਇਆ ਜਿਹਦੇ ਕੋਲ ਕੱਪੜੇ ਨਹੀਂ ਹੈਗੇ। ਆਹ ਮਿਸ਼ਨ ਸੀ ਗੁਰੂ ਨਾਨਕ ਦਾ, ਵੀ ਉਹਦਾ ਸਾਥ ਦਿਓ ਜਿਹਨੂੰ ਲੋੜ ਆ। ਅੱਜ ਤਾਂ ਦੁਨੀਆ ਰੱਜਿਆਂ ਨੂੰ ਰਜਾਉਂਦੀ, ਜਿਨ੍ਹਾਂ ਦੇ ਅੱਗੇ ਰਿਸ਼ਤੇਦਾਰ ਤਕੜੇ ਆ ਤੇ ਉਹ ਉਹਨਾਂ ਨੂੰ ਹੋਰ ਦੇਈ ਜਾਂਦੇ ਲੋਕ 5-5 ਹਜ਼ਾਰ ਦੇ ਸੂਟ, 15-15 ਦੇ, ਤੇ ਜਿਹਨੂੰ ਲੋੜ ਸੀ ਚੱਕਣ ਦੀ ਥੱਲੇ ਨੂੰ, ਉਹਨੂੰ ਹੋਰ ਦੱਬਤਾ। ਉਹਦੇ ਵਿਚਾਰੇ ਨੇ ਵਿਆਹ ਕੀਤਾ ਤੇ ਉਹਦੇ ਤੇ ਕਰਜ਼ਾ ਇੰਨਾ ਕੁ ਚੁੱਕ ਲਿਆ, ਕੁਝ ਵਿਆਜ ਪਾਤਾ, ਤੇ ਉਹ ਕਹਿੰਦਾ, ਸਰਦਾਰ ਜੀ ਪੈਸੇ ਹੈ ਨਹੀਂ ਹੈ। ਕਹਿੰਦੇ, ਚੱਲ ਜਿਹੜੀ ਕਨਾਲ ਹੈਗੀ ਗੂਠਾ ਲਾ ਦੇ। ਬਹੁਤਿਆਂ ਨੇ ਇਦਾਂ ਕੀਤਾ ਧੱਕਾ, ਮਾਫ ਕਰਿਓ, 500 ਨੂੰ 1500 ਬਣਾਉਣਾ ਬਹੁਤ ਸੌਖਾ, ਪਰ ਜਦੋਂ ਰੱਬ ਦੀ ਚਪੇੜ ਵੱਜਦੀ ਫਿਰ ਬਾਜੀਆਂ ਬੜੀਆਂ ਪੈਂਦੀਆਂ। ਤੋ ਮਹਾਰਾਜ ਸਾਹਿਬ ਘਰ ਆਏ, ਗੁਰੂ ਹਰਗੋਬਿੰਦ ਸਾਹਿਬ
ਤੇ ਮਾਤ ਨਾਨਕੀ ਨੇ ਆਖਿਆ, ਕਹਿਣ ਲੱਗੀ, ਸਤਿਗੁਰੂ ਆਪਣੇ ਸ਼ਹਿਜ਼ਾਦੇ ਦੇ ਕੰਮ ਵੇਖੋ, ਮੈਂ ਇੰਨੀ ਰੀਝ ਨਾਲ ਤਿਆਰ ਕੀਤਾ, ਕੱਪੜੇ ਦੇ ਛੱਡੇ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਠਹਿਰ ਜਾ, ਇਸ ਮਹਾਂਪੁਰਖ ਦੀ ਮਾਏ ਅੱਜ ਤੇ ਕੱਪੜੇ ਦੇ ਕੇ ਆਇਆ, ਵਖਤ ਆ ਲੈਂਦੇ, ਆਪਣਾ ਸਰੀਰ ਵੀ ਦੇ ਕੇ ਆਵੇਗਾ। ਚਾਂਦਨੀ ਚੌਂਕ ਦਿੱਲੀ ਦੇ ਵਿੱਚ ਮਹਾਰਾਜ ਨੇ ਕੁਰਬਾਨੀ ਦਿੱਤੀ, ਕਹਿੰਦੇ ਅੱਜ ਤੱਕ ਕੱਪੜੇ ਦੇ ਕੇ ਇੱਕ ਨੰਗਾ ਢੱਕਿਆ ਏ, ਵਕਤ ਆਊਗਾ ਜਿੱਦਣ ਆਪਣੇ ਪਿਆਰ ਦੀ ਚਾਦਰ ਨਾਲ ਪੂਰਾ ਹਿੰਦੁਸਤਾਨ ਹੀ ਢੱਕ ਦੇਣਗੇ। ਬੋਲੇ ਸੋਨਿਆ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਮਿਸ਼ਨ ਗੁਰੂ ਨਾਨਕ ਤੋਂ ਆਰੰਭ ਹੁੰਦਾ ਹੈ। ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਮੁੱਠ ਖੁੱਲ੍ਹੀ ਹੈ ਤੇ ਮਰਦਾਨੇ ਦੀ ਮੁੱਠ ਵਿੱਚ 20 ਪੈਸੇ ਦੇ ਕੇ ਇਸ ਤਰ੍ਹਾਂ ਬੰਦ ਕਰ ਦਿੱਤੀ, ਤੇ ਫਿਰ ਮਹਾਰਾਜ ਜੀ ਨੂੰ ਤੋਰਨ ਵਾਸਤੇ ਸਾਰੇ ਨਾਲ ਆਏ। ਕੁਝ ਕਦਮ ਨਾਲ ਵਿਦਾ ਕਰਨ ਗਏ, ਬਾਅਦ ਵਿੱਚ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਕਹਿੰਦੇ, ਗੁਰੂ ਅੰਗਦ ਸਾਹਿਬ ਅਸੀਂ ਦੋਵੇਂ ਵੀਰ, ਇੱਕ ਮੇਰਾ ਖੁਦਾ, ਇੱਕ ਮੈਂ ਉਹਦਾ ਮਰੀਦ, ਅਸੀਂ ਦੋਵੇਂ ਟੁਰੇ ਜਾਂਦੇ ਹਾਂ। ਬੜਾ ਸੰਘਣਾ ਜੰਗਲ ਆਇਆ, ਮੈਂ ਡਰਿਆ। ਗੁਰੂ ਨਾਨਕ ਸਾਹਿਬ ਕਹਿੰਦੇ, ਨਾ ਭਲਿਆ, ਸਤ ਕਰਤਾਰ ਬੋਲ। ਜਿਹੜਾ ਕਰਤਾਰ ਕਹਿੰਦਾ ਉਹਨੂੰ ਤੇ ਜਮਾਂ ਦਾ ਡਰ ਵੀ ਨਹੀਂ ਲੱਗਦਾ। ਅਸੀਂ ਤੁਰੇ, ਫਿਰ ਸਤਿਗੁਰੂ ਦੂਰ ਇੱਕ ਕੁਟੀਆ ਦਿਸੀ। ਉਸ ਕੁਟੀਆ ਦੇ ਕੋਲੇ ਕੁਝ ਮਹਾਂਪੁਰਖ ਸਿੱਧ ਨੇ। ਹੁਣ ਸਿੱਧਾਂ ਦਾ ਜ਼ਿਕਰ ਸਾਰੇ ਕਥਾਵਾਚਕ ਕਰ ਦਿੰਦੇ ਆ ਕਿ ਸਿੱਧਾਂ ਨੂੰ, ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ, ਪਰ ਕਵੀ ਸੰਤੋਖ ਸਿੰਘ ਨੇ ਉਹਨਾਂ ਸਾਧੂਆਂ ਦੇ ਤੁਹਾਨੂੰ ਦਰਸ਼ਨ ਵੀ ਕਰਾਉਣੇ ਐ। ਆਓ ਕਰੀਏ ਸਾਰੇ ਜਾਣੇ, ਦਿਓ ਰਸਨਾ ਦੀ ਸੀਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਸਵੇਤ ਰੰਗ ਲਾਗੀ ਪਸਮੰਗਾ, ਜਟਾ ਸੀਸ ਜਿਨ ਧੂਸਰ ਰੰਗਾ। ਕਹਿੰਦੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ, ਬੋਲੋ ਜੀ, ਧੰਨ ਸ੍ਰੀ ਗੁਰੂ, ਧੰਨ ਭਾਈ ਬਾਲਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਕੀ ਹੋਇਆ? ਕਹਿੰਦੇ ਮਹਾਰਾਜ ਇਹ ਕੀ ਕਰਨ ਦੇ ਹੈ? ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ, ਰੱਬ ਦੀ ਤਲਾਸ਼। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ। ਕਹਿਣ ਲੱਗੇ ਆ ਹੀ ਅਸਲੀ ਸੌਦੇ ਦੇ ਹੱਕਦਾਰ। ਕਹਿੰਦੇ ਦੁਨੀਆ ਘਰ ਬਣਾਉਂਦੀ ਟੁਰ ਜਾਂਦੀ ਹੈ, ਘਰ ਨਹੀਂ ਜੇ ਬਣਨੇ ਆਪਣੇ। ਇਧਰੋਂ ਚੰਗਾ ਵੀ ਆ ਜਿਹੜਾ ਕਿਰਾਏ ਦਾ ਘਰ ਹੈ ਨਾ, ਬੋਡੀ ਆਪਣੀ 50-60 ਸਾਲ ਲਈ ਮਿਲੀ, ਇਹ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਕੇ ਇੰਨੀ ਕੁ ਮਹਾਰਾਜ ਕਹਿੰਦੇ ਕਮਾਈ ਕਰ ਜਾ, ਇੰਨੀ ਕੁ ਗੁਰਮੁਖ ਦੀ ਬੰਦਗੀ ਬਣਾ ਲਾ, ਜਿੱਦਣ ਅੱਖਾਂ ਮੀਟੇ ਗੁਰੂ ਨਾਨਕ ਸੋਹਣਾ ਜਿਹਾ ਘਰ ਬਣਾ ਕੇ ਤੈਨੂੰ ਉਡੀਕਣ। ਹੁਣ ਕਈਆਂ ਦੇ ਮਾਪੇ ਬਾਹਰ ਗਏ 20-20 ਸਾਲ ਤੋਂ, ਤੇ ਬੱਚੇ ਮਗਰੋਂ ਜਾ ਰਹੇ ਆ, ਤੇ ਉੱਥੇ ਬਾਪੂ ਨੇ ਇੰਨੀ ਕਮਾਈ ਕੀਤੀ, ਕੈਨੇਡਾ 'ਚ ਘਰ ਬਣਾਇਆ। ਕਹਿੰਦੇ ਪੁੱਤਾ ਵੇਖੋ ਤੁਹਾਡੇ ਵਾਸਤੇ, ਤੇ ਉਹ ਪਤਾ ਨਹੀਂ ਵੀ ਉਸ ਘਰ ਦੇ ਵਿੱਚ ਰਹਿਣਾ ਮਿਲਣਾ ਕਿ ਨਹੀਂ, ਪਹਿਲਾਂ ਹੀ ਓਕੇ ਹੋ ਜਾਣਾ। ਪਰ ਇਸੇ ਤਰ੍ਹਾਂ ਮੁਹੱਬਤ ਕਰਨ ਵਾਲਿਓ, ਗੁਰੂ ਨਾਨਕ ਇੱਕ ਪੈਗਾਮ ਦੇ ਗਿਆ ਸੀ, ਕਹਿੰਦਾ ਸੀ ਮੇਰੇ ਬੱਚਿਓ, ਮੇਰਾ ਵੀ ਸੁਪਨਾ ਹੈ। ਹਰ ਮਾਂ ਬਾਪ ਦਾ ਇੱਕ ਸੁਪਨਾ ਹੁੰਦਾ ਹੈ, ਮੇਰਾ ਵੀ ਸੁਪਨਾ ਹੈ ਕਿ ਘਰ ਘਰ ਅੰਦਰ ਆਪਣੇ ਘਰ ਨੂੰ ਧਰਮਸ਼ਾਲ ਬਣਾ ਦਿਓ, ਕਿਤੇ ਹੱਡੀਆਂ ਦਾ ਹੱਡੋ ਰੋੜਾ ਨਾ ਬਣਾ ਦਿਓ। ਧਰਮਸ਼ਾਲ ਬਣਾਇਓ ਆਪਣੇ ਘਰ ਨੂੰ ਪੁੱਤ, ਤੁਹਾਡੇ ਘਰ ਨਿਤਨੇਮ ਹੋਵੇ, ਆਰਤੀ ਹੋਵੇ। ਕੀ ਇਹ ਸੁਪਨਾ ਕਿਹਦਾ ਸੀ? ਮੇਰੇ ਬਾਬੇ ਨਾਨਕ ਦਾ। ਇੱਕ ਵਾਰੀ ਪੜ੍ਹਿਓ ਜੀ, ਘਰ ਘਰ ਬਾਬਾ ਗਾਵੀਐ, 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 ਘਰ ਘਰ ਬਾਬਾ ਗਾਵੀਐ।
ਵਜਨ ਤਾਲ ਮਿਰਦੰਗਰ ਬਾਬਾ, ਭਜਨ ਤਾਲ ਮਿਰਦੰਗਰ ਬਾਬਾ, ਭਜਨ ਤਾਲ ਮਿਰਦੰਗਰ ਬਾਬਾ। ਕਰ ਕਰ ਬਾਬਾ ਗਾਵੀਐ, ਕਰ ਕਰ ਬਾਬਾ ਗਾਵੀਐ, ਕਰ ਕਰ ਬਾਬਾ ਗਾਵੀਐ, ਕਰ ਕਰ ਬਾਬਾ ਗਾਵੀਐ। ਮਾਰੇ ਕਿਤੇ ਕਮਾਈ ਕਰੋ। ਆ ਜਿਹੜਾ ਤੁਸੀਂ ਚੌਂਕੜੇ ਮਾਰ ਕੇ ਬੈਠੇ, ਕਮਾਈ ਉਹ ਹੈ ਜਿਹਦੇ ਨਾਲ ਦਰਗਾਹ 'ਚ ਘਰ ਬਣਨਾ। ਹੈ ਕੋਈ ਤੁਹਾਡੇ 'ਚ ਜਿਹੜਾ ਕੋਈ ਮੇਰਾ ਦਰਗਾਹ 'ਚ ਘਰ ਬਣੇ? ਆਪਾਂ ਤੇ ਉੱਥੇ ਬਣਾਈ ਜਾਂਦੇ ਜਿੱਥੇ ਛੱਡ ਕੇ ਚਲ ਜਾਣੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਲਾ ਜੀ ਇਹ ਉਹ ਘਰ ਦੇ ਪ੍ਰੇਮੀ ਲੱਗਦੇ ਜਿਹੜੇ ਘਰ ਬਾਬੇ ਨਾਨਕ ਨੇ ਆਪ ਤਿਆਰ ਕੀਤੇ। ਤੇ ਕੀ ਵੇਖਿਆ? ਕਹਿੰਦੇ ਇੱਕ ਸਾਧੂ ਨੇ ਸਵਾਹ ਮਲੀ ਹੈ ਸਰੀਰ ਦੇ ਉੱਤੇ, ਤੇ ਉਹਦੇ ਕੇਸ ਵੀ ਜਿਹੜੇ ਹਨ ਮਟਿਆਲੇ ਰੰਗ ਦੀਆਂ ਉਸ ਸਾਧੂ ਦੀਆਂ ਬੜੀਆਂ ਲੰਮੀਆਂ ਜਟਾਵਾਂ ਹਨ। ਜਿਨ ਬਦਕਨ ਲੀਕੋ ਅੰਗ ਨੰਗਾ, ਅਗਨ ਉਸਨ ਸੋ ਕੋਇ ਮੰਗਾ। ਕਹਿੰਦੇ ਇੱਕ ਜੋਗੀ ਨੇ ਕੇਲੇ ਦੇ ਪੱਤਰਿਆਂ ਨਾਲ ਆਪਣੇ ਗੁਪਤ ਅੰਗ ਢੱਕੇ ਹੋਏ ਹਨ, ਬਾਕੀ ਸਰੀਰ ਸਾਰਾ ਨੰਗਾ ਹੈ ਤੇ ਅੱਗ ਦੇ ਬਿਲਕੁਲ ਨੇੜੇ ਬੈਠਾ ਹੈ। ਉਹ ਬੈਠੇ ਜਲ ਕੰਠ ਪਰਮਾਨਾ, ਸਿਮਰ ਇਕਾਕੀ ਕੋ ਪਦਵੰਨਾ। ਕਹਿੰਦੇ ਮਾਰੇ ਥੋੜਾ ਜਿਹਾ ਅੱਗੇ ਗਏ, ਧਿਆਨ ਦਿਓ, ਜਿਨ੍ਹਾਂ ਵਾਸਤੇ ਗੁਰੂ ਨਾਨਕ ਦੀ ਗੱਲ ਤੇ ਥੱਪੜ ਵੱਜਾ ਨਾ, ਇਹ ਉਹਨਾਂ ਦੀ ਕਥਾ। ਬੜਾ ਢਿੱਡ ਪੀੜ ਹੁੰਦਾ ਅੱਜ ਕਈਆਂ ਦਾ, ਬੜੇ ਦੁਖੀ ਆ, ਬਾਬੇ ਦੇ 20 ਰੁਪਈਆਂ ਤੋਂ ਹੀ ਮਟਾਉਣ ਨੂੰ ਫਿਰਦੇ ਆ। ਕੀ ਕੀ ਮਟਾ ਲਓਗੇ? ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੋ। ਮਾਰੇ ਕਹਿੰਦੇ ਆਪਣੇ ਪਿਓ ਦੇ ਜਨਮ ਬਾਰੇ ਬੱਚੇ ਨੂੰ ਨਹੀਂ ਪਤਾ ਹੁੰਦਾ। ਅਸੀਂ 2 ਕਿਤਾਬਾਂ ਪੜ੍ਹ ਕੇ ਕਿੱਦਾਂ ਅੰਦਾਜ਼ਾ ਲਾ ਲਾਂਗੇ ਕਿ ਸਾਡਾ ਇਦਾਂ ਸੀ ਪਿਤਾ, ਅਸੀਂ ਉਦਾਂ ਕਰ। ਨਹੀਂ ਪਿਆਰਿਓ, ਨਾਸਤਿਕ ਨਾ ਬਣੀਏ, ਪਿਆਰ ਕਰੋ। ਮੈਂ ਤਾਂ ਇੱਕੋ ਗੱਲ ਜਾਣਦਾ ਵੀ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਕੋਈ ਪਿਆਰ ਨਾਲ ਪੜ੍ਹਦਾ, ਪਿਆਰੀ ਕਥਾ ਕਰਦਾ, ਸਾਰੀ ਰਾਤ ਸਕੂਨ ਦੀ ਲੰਘਦੀ, ਸਾਰਾ ਦਿਨ ਆਨੰਦ ਆਉਂਦਾ। ਜੇ ਉਹਦੀ ਗੱਲ ਕਰਕੇ ਰਸ ਆ ਰਿਹਾ ਤੇ ਜਿਨ੍ਹਾਂ ਨੂੰ ਮਿਲਿਆ ਉਹ ਉਹਨਾਂ ਦਾ ਕੀ ਬਣਿਆ? ਜਿਹਨੂੰ ਕਹਿੰਦੇ ਨਾ ਭਾਈ ਸਾਹਿਬ ਕਹਿੰਦੇ ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ, ਇਹਨੂੰ ਪਿਆਰ ਕਹਿੰਦੇ ਹੈ। ਉਹ ਜਿਹੜੇ ਮੁਹੱਬਤ ਵਾਲੇ ਉਹ ਕਹਿੰਦੇ ਸੁਪਨੇ 'ਚ ਹੀ ਆ ਜਾ। ਤੇ ਜਿਨ੍ਹਾਂ ਦੇ ਸਾਹਮਣੇ ਸੀ ਉਹਨਾਂ ਹੱਥ ਘੜੀਆਂ ਲਾ ਛੱਡੀਆਂ ਬਾਬੇ। 10 ਲੱਖ ਬੰਦਾ ਹੀ ਚੜਾ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਵਾਸਤੇ। ਕਹਿਣ ਲੱਗੇ ਸੁਪਨੇ ਵਿੱਚ ਤੁਸਾਂ ਮਿਲੇ ਅਸਾਂ ਨੂੰ, ਤੁਹਾਡੇ 'ਚ ਬੰਦਗੀ ਵਾਲੀਆਂ ਰੂਹਾਂ, ਅਸਾਂ ਤਾਂ ਗਲਵਕੜੀ ਪਾਈ ਨਿਰਾ ਨੂਰ, ਨਿਰਾ ਨੂਰ ਤੁਸੀਂ ਹੱਥ ਨਾ ਆਏ ਤੇ ਮੇਰੀ ਕੰਬਦੀ ਰਹੀ। ਭਾਈ ਸਾਹਿਬ ਕਹਿੰਦੇ ਮੈਨੂੰ ਮਿਲੇ ਸੁਪਨੇ 'ਚ, ਮੈਨੂੰ ਚਾਅ ਇੰਨਾ ਮੈਂ ਭੱਜ ਕੇ ਗਲਵੱਕੜੀ ਪਾ ਲਈ ਤੇ ਚਾਹੁੰਦਾ ਸੀ ਅਜੇ ਕੁਝ ਘੜੀਆਂ ਮਿਲਾਂ, ਪਰ ਉਹ ਨੂਰ ਸੀ, ਉਹ ਪ੍ਰਕਾਸ਼ ਸੀ, ਉਹ ਚਾਨਣ ਸੀ। ਮੈਂ ਤਾਂ ਯਤਨ ਕੀਤਾ ਪਕੜਨ ਦਾ, ਪਰ ਮੇਰੀ ਗਲਵੱਕੜੀ 'ਚੋਂ ਨਿਕਲ ਗਈ। ਇਸ ਕਰਕੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਦੇਖ ਵਾਲਿਆ, ਕੋਈ ਅੱਗ ਦੇ ਲਾਗੇ ਬੈਠਾ, ਕੋਈ ਪਾਣੀ ਦੇ ਵਿੱਚ ਖਲੋਤਾ, ਗਲੇ ਤੱਕ ਉਹਦੇ ਪਾਣੀ ਹੈ ਤੇ ਸਿਮਰਨ ਕਰ ਰਿਹਾ ਹੈ। ਕੋ ਠੰਡੋ ਦਿਨ ਰਹਿਣ ਬਿਤਾਵੇ, ਕੋ ਮੋਨੀ ਨੇ ਬਚਨ ਅਲਾਵੇ। ਸਾਰੇ ਸਾਧੂਆਂ ਦੇ ਦਰਸ਼ਨ ਹੁੰਦੇ ਮਹਾਰਾਜ। ਸੰਗਤ ਜੀ ਆਖੋ ਸਤਨਾਮ। ਇਹ ਉਹ ਸਾਧੂ ਹੈ ਜਿਨ੍ਹਾਂ ਲਈ ਰੱਬ ਨੂੰ ਵੀ ਚਪੇੜ ਵੱਜੀ ਹੈ। ਆਪਾਂ ਇਹ ਤਾਂ ਕਹਿੰਦੇ ਮਾਰੇ ਨੇ ਪ੍ਰਸ਼ਾਦੇ ਬਦਲੇ ਥੱਪੜ ਖਾਦਾ, ਪਰ ਇਹ ਕਦੇ ਨਾ ਭੁੱਲੋ ਕਿ ਸਭ ਤੋਂ ਵੱਧ ਪਿਆਰ, ਸਭ ਤੋਂ ਵੱਧ ਮੁਹੱਬਤ ਗੁਰੂ ਨਾਨਕ ਨੇ ਕੀਤੀ ਬੰਦਗੀ ਵਾਲੇ ਨੂੰ। ਮਹਾਰਾਜ ਕਹਿੰਦੇ ਕੋਈ 50 ਤੋਲੇ ਸੋਨਾ ਪਾ ਕੇ ਆ ਜੇ, ਕੋਈ 50 ਲੱਖ ਦੀ ਗੱਡੀ ਲੈ ਕੇ ਆ ਜੇ, ਕਿਸੇ ਦਾ ਰੰਗ ਗੋਰਾ ਚਿੱਟਾ ਹੋਵੇ, ਲਾਲੀ ਭਖਦੀ ਹੋਵੇ, ਮੈਂ ਨੀਵੀਂ ਪਾ ਲਾਂਗਾ। ਪਰ ਕੋਈ ਕਾਲਾ ਸ਼ਾਹ ਹੋਵੇ ਜਿਹਦੇ ਕੋਲ ਸਾਈਕਲ ਵੀ ਨਹੀਂ, ਚੱਪਲਾਂ ਵੀ ਨਾ ਹੋਣ, ਪੈਰਾਂ ਤੋਂ ਨੰਗਾ ਹੋਵੇ, ਤਣ ਦੇ ਵਿੱਚ ਲੀਰਾਂ ਹੋਣ, ਉਹਨੂੰ ਦੁਨੀਆ ਵੇਖ ਕੇ ਬੂਹੇ ਢਾਉਂਦੀ ਹੋਵੇ, ਉਹਦੇ ਕੋਲ 2.5 ਘੰਟੇ ਦਾ ਸਿਮਰਨ ਹੋਵੇ, ਗੁਰੂ ਨਾਨਕ ਕਹਿੰਦੇ ਮੈਂ ਭੱਜ ਕੇ ਗਲਵੱਕੜੀ ਪਾਊਂਗਾ।
ਮਾਰੇ ਦੇ ਬਚਨ ਹੈ ਵਾਹੋ ਵਾਹੋ ਕਰੇ ਸਈ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ। ਐਵੇਂ ਨਹੀਂ ਸੀ ਬਾਬਾ ਅਤਰ ਸਿੰਘ ਜੀ ਵਸਤੂ ਬਾਣੇ ਵਾਲੇ ਮਹਾਂਪੁਰਖਾਂ ਦੀਆਂ ਯਾਦਾਂ ਜਿਨ੍ਹਾਂ ਕਮਾਈਆਂ ਕੀਤੀਆਂ, ਪਰਜਾ ਐਵੇਂ ਨਹੀਂ ਪੂਜਦੀ। ਸਾਨੂੰ ਤੇ ਕੋਈ ਬੁਲਾਉਂਦਾ ਨਹੀਂ, ਅਸੀਂ ਇੰਨਾ ਫਿੱਕਾ ਬੋਲਦੇ ਹਾਂ ਤੇ ਨਿੰਦਿਆ ਉਹਨਾਂ ਦੀ ਕਰਦੇ ਜਿਨ੍ਹਾਂ ਦੇ ਦੁਨੀਆ ਚਰਨ ਚੁੰਮਦੀ ਹੈ। ਹੁਣ ਮੇਰੇ ਨਾਲ ਦਾ ਹੀ ਹੈ, ਇਹਨੂੰ ਕੋਈ ਪੈਰੀਂ ਹੱਥ ਲਾਵੇ ਗਲ ਵਕੜੀ ਪਾਵੇ ਤੇ ਬਿਮਾਰ ਮੈਂ ਹੋ ਜਾਣਾ। ਇਹਨੂੰ ਕਾਹਤੋਂ ਸਾਰੇ ਪਿਆਰ ਕਰੀ ਜਾਂਦੇ, ਇਹਨਾਂ ਤੋਂ ਆਪਣੀ ਕਮਾਈ ਤਾਂ ਹੁੰਦੀ ਨਹੀਂ ਕੋਈ, ਤੇ ਨਿੰਦਿਆ ਕਰੀ ਜਾਂਦੇ ਜੀ ਉਹ ਤਾਂ ਪਖੰਡ ਕਰਦੇ ਸੀ, ਮੱਥੇ ਟਿਕਾਉਂਦੇ ਸੀ। ਮੱਥਾ ਟਿਕਾਉਣਾ ਕਿਹੜਾ ਸੌਖਾ, ਸਾਰੇ ਪੜ੍ਹੇ ਲਿਖੇ ਬੈਠੇ ਐ, ਕੋਈ BA ਕੋਈ MA ਕੋਈ B.Ed, ਕੋਈ ਕਲਾ ਹੁੰਦੀ ਹੈ ਕਿਸੇ ਦੇ ਵਿੱਚ। ਨਾਲੇ ਮੇਰੇ ਗੁਰੂ ਨਾਨਕ ਦੇ ਬੋਲ ਹੈ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀ। ਮਹਾਰਾਜ ਕਹਿੰਦੇ ਕੋਈ ਰੱਬ ਦਾ ਪਿਆਰਾ ਮਿਲੇ ਉਹਦੇ ਪੈਰਾਂ ਨੂੰ ਹੱਥ ਲਾਈ। ਅਸੀਂ ਗਲਤੀ ਕੀਤੀ ਹੈ, ਅਸੀਂ ਰੱਬ ਦੇ ਪਿਆਰਿਆਂ ਦੇ ਪੈਰਾਂ ਨੂੰ ਜਿੰਦਰੇ ਲਾਤੇ। ਹੱਥ ਤਾਂ ਕੀ ਲਾਉਣਾ, ਸਤਿਕਾਰ ਵੇਖੋ ਗੁਰੂ ਹਰਗੋਬਿੰਦ ਸਾਹਿਬ ਸੋਨੇ ਦੀ ਪਾਲਕੀ ਬਾਬੇ ਬੁੱਢੇ ਵਾਸਤੇ ਭੇਜਦੇ, ਕਿਉਂ? ਕਿਉਂਕਿ ਮਹਾਰਾਜ ਨੂੰ ਕਿਸੇ ਨੇ ਆਖਿਆ ਇੰਨਾ ਸਤਿਕਾਰ ਇੱਕ ਸਰੀਰ ਨੂੰ। ਮਹਾਰਾਜ ਕਹਿਣ ਲੱਗੇ ਮੰਨਦੇ ਐ ਗੁਰੂ ਗ੍ਰੰਥ ਸਾਹਿਬ ਜੀ ਭਾਵੇਂ ਸੋਨੇ ਦੇ ਅੱਖਰਾਂ ਨਾਲ ਲਿਖ ਦਈਏ, ਪਰ ਗੁਰੂ ਗ੍ਰੰਥ ਸਾਹਿਬ ਨਾਲ ਸਾਂਝ ਪਵਾਉਣ ਵਾਲਾ ਇੱਕ ਵਜ਼ੀਰ ਹੁੰਦਾ ਹੈ। ਜਿੰਨਾ ਚਿਰ ਮਹਾਰਾਜ ਦਾ ਰਮਾਲਾ ਕੋਈ ਚੁੱਕੇਗਾ ਨਾ, ਆਵਾਜ਼ੇ ਦਾ ਪੱਖਾ ਚੱਲੇਗਾ ਨਾ, ਗੁਰੂ ਨਾਨਕ ਦਾ ਪੈਗਾਮ ਕਿੱਦਾਂ ਬਾਹਰ ਆਵੇਗਾ। ਇਸ ਕਰਕੇ ਜਿੱਥੇ ਗੁਰਬਾਣੀ ਦਾ ਅਦਬ ਹੈ ਉੱਥੇ ਤਾਬਿਆ ਬਹਿਣ ਵਾਲੇ ਦਾ ਵੱਡਾ ਸਤਿਕਾਰ। ਤਾਂ ਕਰਕੇ ਪੁਰਾਣੇ ਬਜ਼ੁਰਗ ਅੱਜ ਵੀ ਕਈ ਬੈਠੇ ਤੁਹਾਡੇ 'ਚ, ਕੋਈ ਬਾਣੀ ਪੜ੍ਹ ਕੇ ਉੱਠੇ ਕਥਾ ਕੀਰਤਨ ਤੇ ਗੋਡੀਆਂ ਹੱਥ, ਉਹ ਆਖੀ ਦਾ ਪਿਆਰਿਓ ਤੁਸੀਂ 60 ਸਾਲਾਂ ਦੇ ਅਸੀਂ ਬੱਚੇ ਐ। ਉਹ ਕਹਿੰਦੇ ਤੁਹਾਨੂੰ ਥੋੜਾ ਇਹਨੂੰ ਸਜਦੇ ਹੁੰਦੇ ਐ, ਉਹਦੀ ਮੁਖ ਚੋਂ ਤੁਹਾਡੇ ਬਚਨ ਨਿਕਲਦੇ ਆ। ਜਿੱਦਾਂ ਬਾਬਾ ਨਾਰ ਸਿੰਘ ਜੀ ਸਨੇਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਬੜਾ ਸੁੰਦਰ ਗੁਰਦੁਆਰਾ ਇੰਗਲੈਂਡ ਦੇ ਵਿੱਚ ਵੀ ਹੈ, ਦਾਸ ਨੂੰ ਵੀ ਸੱਦਾ ਆਇਆ। ਉਹ ਮਹਾਂਪੁਰਖਾਂ ਦੀਆਂ ਇੰਨੀਆਂ ਪਿਆਰੀਆਂ ਯਾਦਾਂ ਕਿ ਜਦੋਂ ਕੀਰਤਨ ਕਰਕੇ ਉੱਠਣਾ ਨਾ ਬੱਚਿਆਂ ਨੇ, ਤੇ ਬਾਬਾ ਜੀ ਨੇ ਬੱਚਿਆਂ ਨੂੰ ਸੱਦ ਕੇ ਨਾ ਪਹਿਲਾਂ ਉਹਨਾਂ ਦੇ ਚਰਨਾਂ ਨੂੰ ਹੱਥ ਲਾਉਣਾ ਤੇ ਫਿਰ ਫੁੱਲਾਂ ਦੇ ਹਾਰ ਉਹਨਾਂ ਦੇ ਗਲ 'ਚ ਪਾਉਣੇ। ਤੇ ਕਿਸੇ ਨੇ ਆਖਿਆ ਤੁਸੀਂ ਇੰਨਾ ਪਿਆਰ, ਕਹਿੰਦੇ ਇਹਨਾਂ ਦੀ ਜ਼ੁਬਾਨ ਤੋਂ ਅੱਜ ਗੁਰੂ ਨਾਨਕ ਦਿਸਿਆ। ਅੱਜ ਠੰਡ ਜੀ ਪਈ ਹੈ, ਉਹ ਲੋਕੀ ਗੰਦਗੀ ਸੁਣਾਉਣ ਵਾਲਿਆਂ ਨੂੰ ਹਾਰ ਪਾਉਂਦੇ 5-5 ਲੱਖ। ਆ ਡਾਂਸਰਾਂ ਕਲਾਕਾਰਾਂ ਨੂੰ ਗਾਈਡੈਂਸ ਕਰ ਰਹੇ, ਆਜੋ ਜੀ ਫੋਟੋ ਲਵਾਇਓ। ਜਿੰਨਾ ਤੁਹਾਨੂੰ ਬਰਬਾਦ ਕਰਨਾ ਉਹਨਾਂ ਮਹਾਂਪੁਰਖਾਂ ਦੀ ਲੰਮੀ ਉਡਾਰੀ ਸੀ। ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ। ਉਹਨਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ ਦਾ ਵੀ ਜੇ ਅੱਜ ਅਸੀਂ ਨਾ ਸਤਿਕਾਰ ਦਿੱਤਾ, ਇੰਨਾ ਮਾੜਾ ਸਮਾਂ ਆਉਣਾ ਗੁਰੂ ਕੇ ਵਜ਼ੀਰ ਨੂੰ ਕਿਸੇ ਫਤਿਹ ਨਹੀਂ ਬੁਲਾਇਆ ਕਰਨਾ। ਤੇ ਜਦੋਂ ਇਹ ਚੀਜ਼ਾਂ ਹੋਈਆਂ ਤੇ ਇਹਨਾਂ ਛੱਡ ਜਾਣਾ ਕਥਾ ਕੀਰਤਨ ਸਭ ਕੁਝ, ਇੱਥੋਂ ਬੰਦ ਕਰਕੇ ਦਰਵਾਜ਼ੇ ਦੌੜਨਗੇ। ਤੇ ਇਸ ਕਰਕੇ ਸਾਧ ਸੰਗਤ ਜੀ ਗੁਰਦੁਆਰੇ ਤੁਸੀਂ ਆਉਣੇ ਹੋ, ਹੰਕਾਰ ਨਹੀਂ। ਮੈਂ ਕਿਤੇ ਵੀ ਜਾਂਦੇ ਆ, ਅੱਗੇ ਕੋਈ ਵੀ ਬੁਲਾਰਾ ਲੱਗਾ ਹੋਵੇ ਰੱਬ ਦਾ ਪਿਆਰਾ, ਤੇ ਆਪਾਂ ਉਸ ਵੇਲੇ ਬੈਠ ਜਾਈਦਾ। ਤੇ ਕਈ ਵਾਰੀ ਕੁਛ ਨਾ ਹੁੰਦਾ ਹੋਵੇ ਕਥਾ ਕੀਰਤਨ ਤੇ ਹੋਰ ਤਰ੍ਹਾਂ ਲੱਗਦਾ ਸੱਖਣਾ ਜਿਹਾ। ਤੋ ਇਸ ਕਰਕੇ ਮਹਾਰਾਜ ਮਹਾਂਪੁਰਖਾਂ ਨੂੰ ਪਤਾ ਸੀ ਵੀ ਜਿਨ੍ਹਾਂ ਨੇ ਗੁਰੂ ਨਾਨਕ ਦਾ ਖਜ਼ਾਨਾ ਵੰਡਣਾ ਹੈ ਨਾ, ਵਜ਼ੀਰ ਜਿਹੜੇ ਐ, ਜਿਨ੍ਹਾਂ ਨੇ ਬੁੱਕ ਭਰ ਭਰ ਕੇ ਸੰਗਤ ਦੀਆਂ ਝੋਲੀਆਂ ਭਰਨੀਆਂ, ਇਹ ਥੋੜਾ ਵੀ ਜਿਹੜਾ ਖਜ਼ਾਨਾ ਵੰਡਣ ਵਾਲਾ ਆਪ ਭੁੱਖਾ ਹੀ ਹੋਵੇ। ਇੱਦਾਂ ਹੀ ਹੈ ਨਾ, ਜਿਹਨੇ ਖਜ਼ਾਨਾ ਵੰਡਣਾ ਹੈ। ਜਿੱਦਾਂ ਗਿਆਨੀ ਰਣਜੀਤ ਸਿੰਘ ਜੀ ਬੰਗਲਾ ਸਾਹਿਬ ਤੋਂ ਬੇਨਤੀ ਕੀਤੀ, ਕਹਿੰਦੇ ਉਹ ਕੋਈ ਅਰਦਾਸੀਆ ਸਿੰਘ, ਉਹ ਵਿਚਾਰੇ ਨੇ ਗੱਡੀ ਲੈ ਲਈ ਹੋਵੇਗੀ, ਉਹ ਕਹਿੰਦੇ ਉਹਨੂੰ ਸੱਦਿਆ ਤੇ ਉਹਦੀ ਪੜਤਾਲ ਹੋਈ ਫਿਰੇ ਕਿ ਤੂੰ ਕਿੱਥੋਂ ਲਈ ਹੈ। ਉਹ ਰੋ ਪਿਆ ਵਿਚਾਰਾ, ਕਹਿੰਦਾ ਕਮਾਲ ਦੀ ਗੱਲ ਹੈ ਵੀ ਗੁਰੂ ਰਾਮਦਾਸ ਦੇ ਘਰ ਅਰਦਾਸਾਂ ਕਰਕੇ ਸਾਡੇ ਕੋਲੋਂ ਲੋਕਾਂ ਨੇ ਇੰਡਸਟਰੀਆਂ ਲੈ ਲਈਆਂ, ਬੜੇ ਵੱਡੇ ਕਾਰਖਾਨੇ ਖੋਲ੍ਹ ਲਏ, ਵੱਡੀਆਂ ਵੱਡੀਆਂ ਮਿੱਲਾਂ ਖੋਲ੍ਹ ਲਈਆਂ, ਜਹਾਜ਼ਾਂ ਦੇ ਮਾਲਕ ਬਣ ਗਏ, ਤੇ ਕੀ ਗੱਲ ਸਾਡਾ ਬਾਪੂ ਸਾਡੇ ਨਾਲ ਨਾਰਾਜ਼ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜਾ ਖੜੋਣ ਵਾਲਾ, ਕਿ ਉਹਨੇ ਸਾਰੀ ਜ਼ਿੰਦਗੀ ਤੁਹਾਡੀਆਂ ਜੇਬਾਂ ਵੱਲ ਵੇਖੀ ਜਾਣਾ, ਉਹਨੂੰ ਨਹੀਂ ਉਹ ਦੇ ਸਕਦਾ। ਤੋ ਇਸ ਕਰਕੇ ਸਾਧ ਸੰਗਤ ਜੀ ਕਿਤੇ ਨਾ ਕਿਤੇ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਖਜ਼ਾਨਾ ਵੰਡਣ ਵਾਲਾ ਹੈ ਤਾਂ ਉਹ ਫਿਰ ਉਹਦੇ ਵਾਂਗੂ ਕਹਿ ਦਿੰਦਾ ਖਜ਼ਾਨਾ ਹੀ ਖਾਲੀ ਹੈ। ਤੋ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਾਲਿਆ ਜੇ ਦਰਸ਼ਨ ਕਰ ਲਾ ਰੱਜ ਕੇ, ਆਹ ਰੂਹਾਂ ਕਿਤੇ ਮਸਾਂ ਹੀ ਮਿਲੀਆਂ ਹੀ ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ। ਕੋਈ ਪਾਣੀ 'ਚ ਬੈਠਾ, ਕੋਈ ਅੱਗ ਬਾਲ ਕੇ ਬੈਠਾ, ਕੋਈ ਇੱਕ ਲੱਤ ਤੇ ਖੜੋਤਾ। ਉਹਨਾਂ ਦਾ ਮਿਸ਼ਨ ਕੀ ਹੈ, ਰੀਜਨ ਕੀ ਹੈ ਖੜੋਣ ਦਾ? ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਆਪਾਂ ਅਮਰੀਕਾ ਕੈਨੇਡਾ 70 ਸਾਲ ਹੱਡੀਆਂ ਗਾਲੀਆਂ, ਕਈ ਤਾਂ ਉਧਰੋਂ ਡੱਬੇ 'ਚ ਹੀ ਪੈ ਕੇ ਆਉਂਦੇ,
ਮੈਂ ਕਬਰਾਂ 'ਚ ਅਰਦਾਸ ਕਰਨ ਗਿਆ ਤੇ ਉਹ ਡੱਬਾ ਨਾ ਖੁੱਲੇ। 2.5 ਘੰਟੇ ਜੱਬ ਨੂੰ ਫੜਾ ਛੱਡਿਆ, ਇਦਾਂ ਦੀਆਂ ਮੇਖਾਂ ਲਾ ਕੇ ਭੇਜਦੇ ਉਹ। ਇੱਧਰਲਿਆਂ ਨੂੰ ਪਤਾ ਕੋਈ ਨਹੀਂ, ਹੁਣ ਲੱਗਣ ਲੱਗ ਪਿਆ ਕਿਉਂਕਿ ਜਿਆਦੇ ਮਾਫ ਕਰ ਦਿਓ। ਇਸ ਕਰਕੇ ਮਾਰੇ ਕਹਿੰਦੇ ਤੂੰ 70 ਸਾਲ ਕਮਾਈ ਕੀਤੀ ਤੇ ਡੱਬੇ 'ਚ ਕਿਤੇ 2 ਘੜੀਆਂ ਸੰਗਤ ਕਰਦਾ। ਗੁਰੂ ਨਾਨਕ ਕਹਿੰਦੇ ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਤੋ ਮਹਾਰਾਜ ਜੀ ਦਰਸ਼ਨ ਕਰਾ ਰਹੇ ਹਨ। ਓ ਨਿਜ ਬਿਰਤ ਨਿਰੋਧਨ ਕਰਹੀ, ਸੁਖ ਸੁਰਗ ਤ੍ਰਿਣ ਸੰਪਰ ਰਹੀ। ਮਹਾਰਾਜ ਨੇ ਪੁੱਛਿਆ, ਕਹਿੰਦੇ ਸਿੱਧੋ ਇਹ ਕਾਹਦੇ ਵਾਸਤੇ ਕਰ ਰਹੇ ਹੋ? ਕਹਿਣ ਲੱਗੇ ਬੇਟਾ ਇਹ ਪਿਆਰੇ ਬਾਲ, ਕਿਉਂਕਿ ਮਹਾਰਾਜ ਦੀ ਉਮਰ ਛੋਟੀ ਹੈ, ਉਹਨਾਂ ਦੀਆਂ ਉਮਰਾਂ ਬਹੁਤ ਲੰਮੀਆਂ, ਬਜ਼ੁਰਗ ਨੇ। ਕਹਿੰਦੇ ਬੇਟਾ ਤੁਸੀਂ ਕੀ ਲੈਣਾ ਪੁੱਛ ਕੇ? ਇੰਨੇ ਆਉਂਦੇ ਇੱਥੋਂ ਲੰਘ ਜਾਂਦੇ ਪਾਸਾ ਵੱਟ ਕੇ, ਸਾਡੇ ਕੋਲ ਤਾਂ ਕੋਈ ਨਹੀਂ ਆਉਂਦਾ। ਭਾਈ ਬਾਲਾ ਡੁੱਲਿਆ, ਕਹਿੰਦਾ ਰਿਖੀ ਜੀ ਸਾਧੂ ਜੀ ਜਿਹੜਾ ਤੁਹਾਡੇ ਸਾਹਮਣੇ ਖੜੋਤਾ ਨਾ, ਇਹ ਹੈ ਹੀ ਸਾਧੂਆਂ ਦਾ ਇਹਦੇ ਬਿਨਾ ਕੋਈ ਹੋਰ ਨਹੀਂ ਤੁਹਾਡਾ ਸਹਾਰਾ। ਹਰ ਜੁਗ ਜੁਗ ਭਗਤੀ ਉਪਾਇਆ, ਇਹਦੀ ਡਿਊਟੀ ਇਹ ਲੱਗੀ ਹੈ ਕਿ ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ ਜਾ ਜਾ ਕੇ ਉਹਨਾਂ ਨੂੰ ਬੁੱਕਲ 'ਚ ਲੈ ਲਾ। ਦੁਨੀਆ ਧੱਕੇ ਮਾਰਦੀ ਹੈ ਭਗਤਾਂ ਤੇ, ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਇਦਾਂ ਕਿਉਂ ਕਰਦੇ ਹੋ? ਓ ਮਿਲ ਕਰ ਕਰ ਕਥਾ ਰਸਾਲਾ, ਪੜੈ ਸੁਨੈ ਧਰ ਪ੍ਰੇਮ ਵਿਸਾਲਾ। ਕਹਿੰਦੇ ਉਸ ਵੇਲੇ ਸਾਰੇ ਚੁੱਪ ਹੋ ਗਏ। ਥੋੜਾ ਜਿਹਾ ਗੁਰੂ ਨਾਨਕ ਸਾਹਿਬ ਕੁਟੀਆ ਦੇ ਲਾਗੇ ਗਏ। ਬਾਹਰ ਵਾਲੇ ਆਪੋ ਆਪਣਾ ਕੋਈ ਆਸਨ ਲਾਇਆ, ਕੋਈ ਧੁੱਪੇ ਬੈਠਾ, ਕਿ ਕੋਈ ਇੱਕ ਲੱਤ ਤੇ ਖੜੋਤਾ ਹੈ, ਕੋਈ ਜਲ ਦੇ ਵਿੱਚ ਖੜੋਤਾ ਹੈ। ਜਦੋਂ ਕੁਟੀਆ ਲਾਗੇ ਗਏ ਤੇ ਅੰਦਰ ਕਥਾ ਹੋ ਰਹੀ ਹੈ। ਕੁਝ ਰਿਖੀ ਕਥਾ ਕਰ ਰਹੇ ਤੇ ਕੁਝ ਜਿਹੜੇ ਸਾਧੂ ਉਹ ਚੌਂਕੜੇ ਮਾਰ ਕੇ ਸੁਣ ਰਹੇ ਹਨ। ਸਭ ਕੋ ਇਕ ਮਹੰਤ ਸੋ ਕੈਸਾ, ਮਨੋ ਸਰੀਰ ਧਾਰ ਤਪ ਵੈਸਾ। ਔਰ ਕਹਿੰਦੇ ਮਹਾਰਾਜ ਕਹਿੰਦੇ ਬਾਲਾ ਉਹ ਸਾਧੂ ਵੱਲ ਵੇਖ, ਉਹਦੀ ਇਦਾਂ ਦੀ ਸਮਾਧੀ ਲੱਗੀ ਜਿਵੇਂ ਕੋਈ ਦਰਖਤ ਖੜੋਤਾ ਹੋਵੇ। ਉਹਦੀ ਅੱਖ ਤੱਕ ਵੀ ਨਹੀਂ ਫਰਕ ਰਹੀ, ਉਹਦੀ ਧੜਕਣ ਵੀ ਰੁਕੀ ਹੋਈ ਲੱਗਦੀ, ਮਾਨੋ ਇਸ ਤਰ੍ਹਾਂ ਸਮਾਧੀ ਚ ਲੀਨ ਹੈ। ਹੁਣ ਇਹ ਕਥਾ ਕਿਹਨੂੰ ਸਮਝ ਆਊ? ਕਿਉਂਕਿ ਆਪਾਂ ਤਾਂ ਭੜਥੂ ਵਾਲੇ ਆ ਸਾਰੇ। ਇਹ ਰਸ ਉਹਨੂੰ ਆਉਂਦਾ, ਕਹਿੰਦੇ ਜਿਨ ਹਰ ਪਾਇਆ। ਮੈਂ ਰਿੰਦਿਆ ਨਹੀਂ ਕਰਦਾ, ਅੱਜ ਕਈ ਕਥਾ ਕਰਨ ਦਾ ਤਰੀਕਾ ਵੇਖਿਓ ਕਈਆਂ ਦਾ, ਸਟੇਜ ਤੋੜ ਦਿੰਦੇ ਆ, ਇੰਨਾ ਬੁੜਕਦੇ ਐ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੋਂ ਪਤਾ ਲੱਗ ਜਾਂਦਾ ਬੁਲਾਰੇ ਦੀ ਰਹਿਣੀ ਕਹਿਣੀ ਸਹਿਣੀ, ਦਸਤਾਰ ਗੁਫਤਾਰ ਰਫਤਾਰ। ਜਿਹੜਾ ਖੁਦ ਹੀ ਨਹੀਂ ਟੇਕ ਕੇ ਬੈਠਾ ਤੁਹਾਨੂੰ ਕਿੱਥਾਂ ਵੜਾ ਦੂਗਾ? ਜਿਹੜਾ ਖੁਦ ਹੀ ਖਾਲੀ ਤੁਹਾਨੂੰ ਕਿੱਦਾਂ ਭਰ ਦੇਗਾ? ਜਿਤਨੇ ਵੀ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ, ਸੰਤ ਬਾਬਾ ਜਵਾਲਾ ਸਿੰਘ ਜੀ, ਜਿਤਨਿਆਂ ਦਾ ਵੀ ਤੁਸੀਂ ਸੁਣ ਕੇ ਦੇਖ ਲਿਓ, ਉਹਨਾਂ ਦਾ ਮੋਢਾ ਤੱਕ ਨਹੀਂ ਹਿਲੂਗਾ, ਕਿਉਂਕਿ ਉਹ ਅੰਦਰੋਂ ਰਸ ਆ ਰਿਹਾ, ਕੋਈ ਦੇ ਰਿਹਾ ਤੋਹਫਾ। ਜੇ ਆਪਾਂ ਅੰਦਰੋਂ ਖਾਲੀ ਹੈ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ। ਕਹਿੰਦੇ ਹਰੀ ਨੂੰ ਭੁਲਾਉਣ ਵਾਲੇ ਤਾਂ ਖੁਆਰ ਹੈ, ਤੇ ਆਪਣੇ ਅੰਦਰ ਇੰਨੀ ਵੀ ਸਹਿਜ ਹੈ ਨਹੀਂ, ਜੇ ਮਾਫ ਕਰਿਓ ਕਦੇ ਰੋਟੀ ਵੀ ਟੇਕੇ ਨਹੀਂ ਖਾਂਦੇ। ਅਜੇ ਪ੍ਰਸ਼ਾਦਾ ਪਹਿਲੀ ਬੁਰਕੀ ਤੇ ਮੋਬਾਈਲ ਵੱਜ ਜਾਂਦਾ, ਨਾਲ ਹੀ ਗੱਲ ਕਰੀ ਜਾਂਦਾ, ਨਾਲ ਬੁਰਕੀ। ਸਭ ਤੋਂ ਵੱਡੀ ਬੇਅਦਬੀ ਖਾਣੇ ਦੀ। ਤਾਂ ਹੀ ਬਿਮਾਰ ਰਹਿੰਦੇ ਸਾਰੇ। ਚਾਹ ਪੀਂਦੇ ਵੀ ਗੱਪਾਂ ਵੱਢੀ ਜਾਂਦੇ, ਇੱਕ ਕੱਪ ਪੀਂਦਿਆਂ 50 ਚੁਗਲੀਆਂ ਕਰਦੇ। ਉਹ ਕੱਪ ਜਿਹੜਾ ਪੀਤਾ ਉਹ ਜ਼ਹਿਰ ਬਣ ਕੇ ਅੰਦਰ ਗਿਆ ਤੁਹਾਡੇ। ਇਹ ਨੋਟ ਕਰੋ ਚੀਜ਼ਾਂ। ਪੁਰਾਤਨ ਜਿਹੜੀ ਮਰਜ਼ਾਦਾ ਸੀ, ਪ੍ਰਸ਼ਾਦਾ ਛਕਦੇ ਸਮੇਂ ਕੁਝ ਜਲ, ਗਰਮ ਜਲ ਛਕਦੇ ਸਮੇਂ ਮਹਾਂਪੁਰਖ ਕਹਿੰਦੇ ਬੋਲਣਾ ਨਹੀਂ। ਇੱਕ ਘੁੱਟ ਨਾ ਵਾਹਿਗੁਰੂ, ਇੱਕ ਬੁਰਕੀ ਨਾ ਵਾਹਿਗੁਰੂ। ਉਹ ਤੁਹਾਡੀ ਜ਼ੁਬਾਨ ਦੇ ਉੱਤੇ ਬੁਰਕੀ ਜਿਹੜੀ ਅੰਮ੍ਰਿਤ ਬਣ ਜਾਣੀ ਹੈ। ਉਹ ਫਿਰ ਅੰਦਰ ਜਾਊਗੀ, ਤੁਹਾਡੀ ਸਮਾਧੀ ਲੱਗੂਗੀ, ਤੁਹਾਡਾ ਚੌਂਕੜਾ ਲੱਗੇਗਾ, ਰਸ ਆਵੇਗਾ। ਤੇ ਅੱਜ ਤੇ ਆਪਾਂ ਚਾਹ ਵੀ ਤੜਫਦੇ, ਰੋਟੀ ਵੀ ਤੜਫਦੇ, ਤੇ ਤਾਂ ਹੀ ਆਪਾਂ ਟਿਕਦੇ ਨਹੀਂ ਕਿਤੇ। ਆਮ ਵੇਖਿਓ ਸਾਰੇ ਥਾਵਾਂ ਤੇ ਬੰਦਾ 2, 2.5, 4 ਘੰਟੇ ਬਹਿ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਕੋ 2 ਮਿੰਟ। ਅੰਦਰ ਘਰ ਦੇ ਵੀ ਚੱਲਦੀ ਹੋਵੇ ਗੁਰਬਾਣੀ, ਤੇ ਬਸ 2 ਮਿੰਟ ਜਾ ਕੇ ਬਹਿੰਦਾ, ਤੇ ਉਸੇ ਵੇਲੇ ਭੱਜ ਕੇ ਬਾਹਰ ਆ ਜਾਂਦਾ। ਕਿਉਂਕਿ ਮਹਾਰਾਜ ਕਹਿੰਦੇ ਮੱਖੀ ਵਰਗਾ ਹੀ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਮਾਖੀ ਚੰਦਨ ਪਰ ਹਰੈ, ਜੈ ਬੇਗੰਧ ਤੈ ਜਾਏ। ਕਹਿੰਦੇ ਜਿੱਥੇ ਗੰਦਗੀ ਉੱਥੇ ਬਹਿੰਦਾ ਹੀ, ਭੌਰੇ ਬਹਿੰਦੇ ਗੁਰੂ ਕੋ। ਜਿੱਦਾਂ ਤੁਸੀਂ ਬੈਠੇ ਹੋ,
ਸਮਾਂ ਸੰਪੂਰਨ ਹੋ ਗਿਆ ਹੈ। ਕੱਲ ਦੇ ਦੀਵਾਨ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਵਰਤਨੀ। ਮਹਾਰਾਜ ਜੀ ਨੇ ਦੇਖਿਆ ਇੱਕ ਸਾਧੂ ਬੜਾ ਉੱਚਾ ਲੰਮਾ, ਸਿੱਧੀ ਰੀੜ੍ਹ ਦੀ ਹੱਡੀ ਕਰਕੇ ਪਤਾ ਨਹੀਂ ਕਿੱਥੇ ਗਵਾਚਾ। ਕੋਈ ਉਹਨੂੰ ਪਤਾ ਨਹੀਂ ਕਿ ਮੇਰੇ ਲਾਗੇ ਕੌਣ ਆਇਆ, ਕਿੱਥੇ। ਅਸਲੀ ਪਿਆਰ ਵੈਸੇ ਇਹ ਆ, ਜਿੱਦਾਂ ਕਹਿੰਦੇ ਇੱਕ ਕਾਜੀ ਨਮਾਜ਼ ਪੜ੍ਹੇ ਤੇ ਇੱਕ ਲੜਕੀ ਉਹਦੇ ਅੱਗੋਂ ਲੰਘੀ। ਹੁਣ ਉਹ ਕੱਟੜ ਬਹੁਤ ਹੈ ਤੇ ਉਹਨੇ ਜਦੋਂ ਵਾਪਸ ਆਈ ਤੇ ਉਹਨੂੰ ਕੁਦਕਾ ਮਾਰਿਆ, ਛੋਟਾ ਮਾਰਿਆ ਤੇ ਬੱਚੀ ਰੋ ਪਈ। ਸਾਰੇ ਸ਼ਰ੍ਹਾ ਦੇ ਮੁਸਲਮਾਨ ਕਹਿੰਦੇ ਕਿਉਂ ਮਾਰਿਆ ਬੱਚੀ ਨੂੰ? ਉਹ ਹੰਕਾਰੀ ਸੀ ਮੇਰੇ ਵਰਗਾ। ਕਹਿੰਦਾ ਇਹਨੂੰ ਨਹੀਂ ਪਤਾ ਮੈਂ ਨਮਾਜ਼ ਪੜ੍ਹਨ ਦਿਆਂ ਮੇਰੇ ਅੱਗੋਂ ਦੀ ਲੰਘੀ ਹੈ। ਉਹ ਕਹਿੰਦੇ ਬੇਟੀ ਤੈਨੂੰ ਪਤਾ ਨਹੀਂ ਲੱਗਾ ਕਿ ਜਾਣ ਕੇ ਲੰਘੀ? ਕਹਿੰਦੀ ਖੁਦਾ ਕਸਮ ਮੇਰੇ ਸੱਜਣੋ, ਦਰਅਸਲ ਮੈਂ ਆਪਣੇ ਪਤੀ ਲਈ ਪ੍ਰਸ਼ਾਦਾ ਲੈ ਕੇ ਚੱਲੀ ਸੀ ਤੇ ਮੈਂ ਪਿਆਰ ਬੜਾ ਕਰਦੀ ਹਾਂ ਆਪਣੇ ਪਤੀ ਨੂੰ, ਤੇ ਮੈਂ ਗਰਮ ਗਰਮ ਸਾਰੀਆਂ ਚੀਜ਼ਾਂ ਪਾਈਆਂ। ਮੈਂ ਕਾਹਲੀ ਕਾਹਲੀ ਟੁਰਦੀ ਸੀ ਵੀ ਕਿਤੇ ਮੇਰਾ ਸਾਈਂ ਨਾਰਾਜ਼ ਨਾ ਹੋ ਜੇ, ਮੈਂ ਗਰਮ ਗਰਮ ਪ੍ਰਸ਼ਾਦਾ ਛਕਾਵਾਂ। ਤੇ ਜਦੋਂ ਆਹ ਗੱਲ ਸੁਣੀ ਤੇ ਜਿਹੜੇ ਰੰਗੇ ਹੋਏ ਸੀ ਕਹਿੰਦੇ ਕਾਜੀ ਸ਼ਰਮ ਕਰ ਕੁਛ। ਕਹਿੰਦਾ ਕਾਦੀ? ਕਹਿੰਦੇ ਤੇਰਾ ਕਾਹਦਾ ਪਿਆਰ ਖੁਦਾ ਨਾ ਹੋਏ? ਉਹ ਆਪਣੇ ਪਤੀ ਨੂੰ ਮਿਲਣ ਚੱਲੀ ਤੇ ਇੰਨੀ ਪਿਆਰ ਚ ਮਸਤ, ਉਹਨੂੰ ਇਹ ਨਹੀਂ ਪਤਾ ਮੇਰੇ ਲਾਗੇ ਕੀ ਹੁੰਦਿਆ, ਤੇ ਤੂੰ ਪਾਠ ਕਰਦੇ ਵੇਖੀ ਜਾਣਾ। ਹਾਲਤ ਆਪਣੀ ਵੀ ਹੈ ਵੀ ਪੋਥੀ ਸਾਹਿਬ ਤੇ ਵਿਖਾਵਾ ਹੀ ਹੁੰਦਾ ਲੋਕਾਂ ਵਾਸਤੇ, ਇਦਾਂ 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 ਇਦਾਂ। ਕਈਆਂ ਦਾ ਵੇਖਿਓ ਕਿਤੇ ਉਹ ਸਾਰਿਆਂ ਦੇ ਐਕਸਰੇ ਕਰੀ ਜਾਣਗੇ ਤੇ ਮੁੜ ਕੇ ਕਹਿੰਦੇ ਬਾਬਾ ਜੀ ਰਸ ਨਹੀਂ ਆਉਂਦਾ। ਰਸ ਕਿੱਥੋਂ ਆਉਣਾ ਏ? ਵੀ ਤੁਸੀਂ ਗਾਂ ਮੱਝ ਚੋਂਦੇ ਜੇ ਤੇ ਬਾਲਟੀ ਥੱਲਿਓਂ ਪਾਸੇ ਕਰ ਦਿਓ ਤੇ ਮੁੜ ਕੇ ਉੱਠਣ ਲੱਗੇ ਆਖੋ ਭਰੀ ਨਹੀਂ ਆ, ਤੇ ਉੱਥੇ ਕੀ ਕਸੂਰ ਗੁਰੂ ਨਾਨਕ ਦੀ ਬਾਣੀ ਦਾ? ਤੋ ਐਸੀ ਬਾਤ ਸਾਡੇ ਅੰਦਰ ਹੈ। ਨਹੀਂ ਤੇ ਜਿਹੜਾ ਰਸ ਲੈ ਰਿਹਾ ਨਾ ਉਹਦਾ ਤੇ ਬੰਦ ਬੰਦ ਵੀ ਕੱਟਿਆ ਜਾਂਦੇ, ਉਹਦੀ ਬਿਰਤੀ ਨਹੀਂ ਲੰਦੀ। ਉਹਦੇ ਸਰੀਰ ਨੂੰ ਆ ਰਹੇ ਨੇ 2 ਟੋਟੇ ਕਰਤਾ, ਉਹਦੀ ਬਿਰਤੀ ਨਹੀਂ ਟੁੱਟੀ, ਆਪਣੀ ਕਦੇ ਜੁੜੀ ਹੋਈ ਨਹੀਂ। ਜੇ ਬੰਦਾ ਕਰਦਾ ਹੋਵੇ ਨਿਤਨੇਮ ਸਿਮਰਨ, ਉਹਨੂੰ ਥੋੜਾ ਪਤਾ ਲੱਗਦਾ ਵੀ ਕੌਣ ਮੱਥਾ ਟੇਕਣ ਦਿਆ, ਕਿੰਨੇ ਕੀ ਕੀਤਾ, ਕੁਝ ਉਹਨੂੰ ਨਹੀਂ ਲੱਗਣਾ ਪਤਾ, ਕਿਉਂਕਿ ਉਹ ਕਿਸੇ ਨਾਲ ਮਸਤ ਹੈ। ਜਿੱਦਾਂ ਆਨੰਦ ਲਾਲ ਭਾਂਡੇ ਮਾਂਜ ਰਿਹਾ, ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਹਿੰਦਾ ਮਾਰੇ ਮੇਰਾ ਦਿਲ ਲੈ ਲਓ। ਮਾਰੇ ਕਹਿੰਦੇ ਦਿਲ ਲਵਾਂਗੇ ਪਰ ਅਜੇ ਗੰਦਾ ਥੋੜਾ ਜਿਹਾ। ਕਹਿੰਦੇ ਮਾਰੇ ਸਾਫ਼ ਕਿੱਦਾਂ ਕਰਨਾ? ਮਾਰੇ ਕਹਿੰਦੇ ਭਾਂਡੇ ਮਾਂਜਿਆ ਕਰ ਸੰਗਤ ਦੇ। ਭਾਂਡੇ ਮਾਂਜਦਾ ਰਿਹਾ। ਮਹਾਰਾਜ ਕਦੋਂ ਵਾਰੀ ਆਊ? ਪਾਤਸ਼ਾਹ ਕਹਿੰਦੇ ਜਦੋਂ ਤੇਰਾ ਦਿਲ ਸਾਫ਼ ਹੋ ਗਿਆ ਗੋਬਿੰਦ ਸਿੰਘ ਖੁਦ ਲੈਣ ਆਊ। ਇੱਕ ਦਿਨ ਮਹਾਰਾਜ ਗਏ, ਕੇਸੀ ਇਸ਼ਨਾਨ ਕੀਤਾ ਹਜੂਰ ਨੇ, ਨੀਲੇ ਰੰਗ ਦੀ ਉੱਪਰ ਚਾਦਰ ਓੜੀ ਹੈ, ਕਿਉਂਕਿ ਗੁਰਮੁਖ ਆਪਣੇ ਕੇਸ ਅੱਜ ਵੀ ਮਰਜ਼ਾਦਾ ਏ। ਜਿਹੜਾ ਗੁਰੂ ਨੂੰ ਪਿਆਰ ਕਰਦਾ ਆਪਣੇ ਕੇਸ ਨਹੀਂ ਕਿਸੇ ਨੂੰ ਦਿਖਾਉਂਦਾ। ਗੁਰੂ ਨੇ ਬੜਾ ਪਿਆਰ ਕੀਤਾ। ਵਕਤ ਸਮਾਪਤ ਹੋਇਆ, ਮੈਂ ਇੰਨੀ ਕੁ ਚੀਜ਼ ਸਾਂਝੀ ਕਰਾਂ। ਗੁਰੂ ਦੀਆਂ ਪਿਆਰੀਆਂ ਸੰਗਤਾਂ ਜੁੜੀਆਂ ਨੇ। ਉਸ ਵੇਲੇ ਆਨੰਦ ਲਾਲ ਭਾਂਡੇ ਮਾਂਜ ਰਿਹਾ, ਸਵਾਹ ਦੇ ਵਿੱਚ ਬੈਠਾ। ਬਾਪੂ ਗੁਰੂ ਗੋਬਿੰਦ ਸਿੰਘ ਪਿੱਛੋਂ ਆਏ, ਕਹਿੰਦੇ ਜਾ ਦਇਆ ਸਿੰਘਾ ਇਹਨੂੰ ਬੁਲਾ, ਅੱਜ ਇਹਦਾ ਦਿਲ ਖਰੀਦੀਏ। ਸਾਫ਼ ਹੋ ਗਿਆ ਤੇ ਭਾਈ ਦਇਆ ਸਿੰਘ ਨੇ ਆਵਾਜ਼ ਮਾਰੀ, ਕਹਿੰਦੇ ਆਨੰਦ ਲਾਲ ਦੇਖ ਕੌਣ ਆਇਆ? ਆਨੰਦ ਲਾਲ ਬੋਲੋ, ਦੇਖ ਕੌਣ ਆਇਆ ਏ? ਕਹਿੰਦਾ महबूब के प्यार में मस्त हूँ, फुर्सत नहीं किसी से बात करने की। ਕਹਿੰਦਾ ਜਾ ਜਿਹੜਾ ਵੀ ਆਇਆ ਉਹਨੂੰ ਕਿਹਾ ਉਹਦਾ ਕੰਮ ਕਰੇ, ਮੈਨੂੰ ਪਿਆਰ ਹੋ ਗਿਆ ਗੁਰੂ ਗੋਬਿੰਦ ਸਿੰਘ ਨਾਲ ਤੇ ਮੈਂ ਉਹਦੀ ਪਿਆਰ ਦੇ ਵਿੱਚ ਮਸਤ ਹਾਂ। ਮੈਂ ਤੇ ਉਹਨੂੰ ਡੀਕਣ ਦਿਆਂ ਵੀ ਕਿੱਦਣ ਦਿਲ ਲੈਣ ਆਵੇ। ਫਿਰ ਭਾਈ ਸਾਹਿਬ ਕਹਿੰਦੇ ਵੇਖ ਆਨੰਦ ਲਾਲ ਕੋਈ ਆਇਆ ਹੀ? ਕਹਿੰਦਾ ਨਹੀਂ ਫੁਰਸਤ ਮੇਰੇ ਕੋਲ ਕਿਸੇ ਸੇ ਬਾਤ ਕਰਨੇ ਕੀ। ਤੋ ਉਸ ਵੇਲੇ ਮਹਾਰਾਜ ਆਪ ਹੀ ਜਾ ਕੇ ਕਹਿੰਦੇ ਆਨੰਦ ਲਾਲ ਸਾਡੇ ਵਾਸਤੇ ਹੈਗੀ ਕਿ ਨਹੀਂ? ਜਦੋਂ ਪਿੱਛਾ ਭੌਂ ਕੇ ਦੇਖਿਆ ਤੇ ਨੇਤਰਾਂ 'ਚ ਜਲ ਛੁੱਟ ਪਿਆ। ਤੁਸੀਂ ਇੱਥੇ ਬੈਠੇ ਕੋਈ ਫੈਲ ਵਾਲਾ ਹੀ ਹੈ, ਇੱਥੋਂ ਫੋਨ ਆ ਜੇ ਤੁਹਾਡਾ ਵੀਜ਼ਾ ਲੱਗ ਗਿਆ ਤੇ ਇੱਕ ਵਾਰੀ ਰੋਣ ਜ਼ਰੂਰ ਨਿਕਲਦਾ, ਕਿਉਂਕਿ ਆਪਾਂ ਮਾਇਆ ਨਾਲ ਜੁੜੇ ਦੁਨਿਆਵੀ ਹੈ। ਬੰਦਾ ਕਹਿੰਦਾ ਮਹਾਰਾਜ ਸੁਣ ਲਈ ਹੈ, ਪਰ ਉਹ ਇਸ਼ਕ ਕਰਦੇ ਸੀ ਸੱਚਾ। ਉਹਦੇ ਨੇਤਰਾਂ 'ਚੋਂ ਜਲ ਡੁੱਲਿਆ ਤੇ ਮਹਾਰਾਜ ਨੇ ਲਿਬੜੇ ਸਵਾਹ ਦੇ ਨਾਲ ਆਨੰਦ ਲਾਲ ਨੂੰ ਛਾਤੀ ਨਾਲ ਲਾ ਲਿਆ। ਕਹਿੰਦੇ ਪੁੱਤ ਅੱਜ ਆ ਗਿਆ ਤੇਰਾ ਦਿਲ ਟਿਕਾਣੇ, ਆ ਜਾ ਹੁਣ ਤੈਨੂੰ ਭਾਂਡਿਆਂ 'ਚ ਨਹੀਂ ਹੁਣ ਤਖਤ ਦੇਣਾ। ਜਿੱਥੇ ਆਪਾਂ ਬੈਠੇ ਆ ਨਾ ਕੋਈ ਤਰਸੀ ਆ ਮਹਾਰਾਜ ਦਾ, ਪੰਜਵੇਂ ਪਾਤਸ਼ਾਹ ਦੀ ਗੋਦੀ 'ਚ ਸੇਵਾ ਮਿਲਣੀ ਕੋਈ ਸੌਖੀ ਨਹੀਂ ਹੈ। ਮਹਾਰਾਜ ਕਹਿੰਦੇ ਅੱਜ ਤੈਨੂੰ ਤਖਤ ਦੇਣਾ ਏ, ਜਾ ਇਸ਼ਨਾਨ ਕਰਕੇ ਤੇ ਤਿਆਰ ਹੋ ਕੇ ਤੈਨੂੰ ਪੁਸ਼ਾਕਾ ਪਾਉਣਾ। ਜਾਂਦਾ ਜਾਂਦਾ ਕਹਿੰਦਾ ਮਹਾਰਾਜ ਮੈਨੂੰ ਚੇਤਾ ਭੁੱਲ ਜਾਣਾ, ਮੈਨੂੰ ਇੱਕ ਸ਼ੇਰ ਯਾਦ ਆਇਆ ਕਵਿਤਾ ਤੇ ਮੈਂ ਬੋਲ ਨਾ ਜਾਵਾਂ।
ਵੇਖੋ ਪਿਆਰ, ਸਾਡੀ ਜ਼ਿੰਦਗੀ ਲੰਘੀ 10 ਗੁਰੂਆਂ ਦੇ ਨਾਂ ਯਾਦ ਨਹੀਂ ਹੋਏ। ਉੱਦਾਂ ਸਾਰੇ ਪਿੰਡਾਂ ਦਾ ਪਤਾ ਹੀ, ਸਾਰੇ ਘਰਾਂ ਦਾ ਵੀ ਕਿਹਦੇ ਘਰ 'ਚ ਕੀ ਹੁੰਦਾ ਹੀ, ਗੁਰਦੁਆਰੇ ਕੌਣ ਕੀ ਕੀ ਕਰਦਾ, ਬੜਾ ਖਿਆਲ ਰੱਖਦੇ ਸਾਰੇ ਵੀ ਨੂਣ ਘੱਟ ਹੈ ਕਿ ਨਹੀਂ, ਹਨਾ, ਚਾਹ ਕਿਹਨੂੰ ਮਿਲੀ ਹੈ, ਪਤਾ ਨਹੀਂ। ਇਦਾਂ ਦੀਆਂ ਗੱਲਾਂ ਅਸੀਂ ਕਿਉਂ ਨਹੀਂ ਛੱਡਦੇ। ਉਸ ਵੇਲੇ ਕਹਿੰਦੇ ਮਹਾਰਾਜ ਇੱਕ ਗੱਲ ਕਵਾਂ ਮਾਰੇ, ਕਹਿੰਦੇ ਬਾਅਦ 'ਚ ਗੱਲਾਂ ਹੀ ਕਰਨੀਆਂ, ਕਹਿੰਦੇ ਨਹੀਂ ਮਹਾਰਾਜ ਸਮਾਂ ਬੜਾ ਸੋਹਣਾ ਹੈ, ਹੁਣ ਕਹਿ ਜੀਏ ਮੈਂ ਤੁਹਾਡੇ 3 ਮਿੰਟ ਤਾਂ ਹੀ ਉੱਪਰ ਲੈ ਗਿਆ, ਕਿ ਕਿਤੇ ਸਮਾਂ ਬਣਿਆ ਹੋਵੇ ਕਹਿ ਦੇਣਾ ਚਾਹੀਦਾ, ਕੱਲ ਨੂੰ ਕੀ ਪਤਾ ਉੱਠਿਆ ਜਾਣਾ ਕਿ ਨਹੀਂ, ਦਿਲ ਦੀ ਦਿਲ 'ਚ ਰਹਿ ਜਾਏਗੀ। ਤੋ ਮਹਾਰਾਜ ਕਹਿੰਦੇ ਚੱਲ ਛੇਤੀ ਬੋਲ। ਤੇ ਮਹਾਰਾਜ ਸਾਹਿਬ ਨੂੰ ਵੇਖ ਕੇ ਕਹਿੰਦਾ ਹਰ ਦੋ ਆਲਮ ਕੀਮਤੇ ਜਗ ਤਾਰ ਮੂਏ ਯਾਰ ਮਾਂ। ਕਿਸੇ ਅਗੰਮੀ ਸੋਚ ਦਾ ਮਾਲਕ ਸੀ। ਮਾਰੇ ਕਹਿੰਦੇ ਇਹ ਕੀ ਗਾਇਆ ਈ? ਕਹਿੰਦੇ ਗੁਰੂ ਗੋਬਿੰਦ ਸਿੰਘ ਤੁਹਾਡੇ ਮੱਥੇ ਤੇ ਕੇਸ ਲਟਕ ਰਿਹਾ। ਮਾਰੇ ਕੇਸੀ ਇਸ਼ਨਾਨ ਕੀਤਾ ਸੀ ਤੇ 2 ਕੇਸ ਅੱਗੇ ਆ ਗਏ ਮੱਥੇ ਦੇ, ਬਾਕੀ ਚਾਦਰ ਸੀ। ਕਹਿੰਦੇ ਮਹਾਰਾਜ ਮੇਰਾ ਦਿਲ ਕਹਿੰਦਾ ਏ ਕਿ 2 ਆਲਮ ਵੇਚ ਦਿੱਤੇ ਜਾਣ ਨਾ। ਗੁਰੂ ਗੋਬਿੰਦ ਸਿੰਘ ਤੇਰੇ ਮੱਥੇ ਤੇ ਜਿਹੜੇ 2 ਕੇਸ ਆ ਰਹੇ ਨਾ ਅੱਗੇ, ਇਹਨਾਂ ਦੀ ਕੀਮਤ ਨਹੀਂ ਦੇ ਸਕਦੇ। ਕਿੰਨੀ ਕੁ ਸ਼ਰਧਾ ਉਹਦੇ ਅੰਦਰ ਹੋਊਗੀ। ਕਹਿੰਦਾ ਹਰ 2 ਆਲਮ ਕੀਮਤੇ ਜੱਕ, ਕਹਿੰਦੇ ਇੱਕ ਨੂੰ ਤਾਰ ਮੂਏ ਜਾਰਮਾ, ਤਾਰ ਕੇਸ ਨੇ। ਕਹਿੰਦੇ ਮੇਰਿਆ ਯਾਰਾ ਆ ਤੇਰੇ 2 ਕੇਸ ਜਿਹੜੇ ਮੱਥੇ ਤੇ ਗੁਰੂ ਗੋਬਿੰਦ ਸਿੰਘ ਬਾਪੂ 2 ਆਲਮ ਵੇਚ ਕੇ ਵੀ ਇਹਨਾਂ ਦੀ ਭੇਟਾ ਨਹੀਂ ਦਿੱਤੀ ਜਾ ਸਕਦੀ। ਪੜ੍ਹਿਆ ਲਿਖਿਆ ਸੀ ਨਾ, ਪਰ ਨਿਮਰਤਾ ਤਾਂ ਮਾਰੇ ਨੇ ਬਣਾਈ ਵੀ ਜੇ ਸਿੱਧਾ ਤਖਤ ਤੇ ਬਹਾਤਾ ਤੇ ਇਹਨੇ ਡਿੱਗ ਪੈਣਾ। ਜਿੱਦਾਂ ਅੱਜ ਕਈ ਸਿੱਧੇ ਤਖਤਾਂ ਤੇ ਬੈਠੇ, ਉਹਨਾਂ ਦੇ ਦਿਮਾਗ 'ਚ ਫਰਕ ਪੈ ਗਿਆ। ਉਸੇ ਗੁਰੂ ਦਾ ਸੁਣਾ ਕੇ ਕਿੱਥੇ ਪਹੁੰਚੇ, ਅੱਜ ਉਸੇ ਗੁਰੂ ਨੂੰ ਬਰਬਾਦ ਕਰਨ ਦੇ ਹੈ। ਬਸ ਇਸੇ ਕਰਕੇ ਨੰਦ ਲਾਲ ਨੂੰ ਪਹਿਲਾਂ ਨਹੀਂ ਸੀ ਮਹਾਰਾਜ ਨੇ ਤਖਤ ਦਿੱਤਾ, ਪਹਿਲਾਂ ਸੇਵਾ 'ਚ ਭਾਇਆ ਵੀ ਜਾ ਭਾਂਡੇ ਮਾਂਜ ਸੰਗਤ ਦੇ, ਲੰਗਰ ਵਰਤਾ, ਤੇਰਾ ਅੰਦਰ ਸੋਹਣਾ ਰਹੂਗਾ। ਜਦੋਂ ਅਸੀਂ ਹੱਥ ਧੋਣ ਲੱਗ ਪਈਏ ਤੌਲੀਆਂ ਦੇ ਨਾਲ, ਸੰਗਤ ਫੁੱਲ ਸੁੱਟਣ ਲੱਗ ਪਏ ਤੇ ਮਗਰ ਮਗਰ ਜਾ ਕੇ ਚਰਨ ਝਾੜੇ, ਸਮਝ ਲਓ ਬੇੜਾ ਡੁੱਬਾ ਹੀ ਲੈ, ਕਿਉਂਕਿ ਬੰਦਗੀ ਘਟ ਜਾਣੀ। ਮਹਾਰਾਜ ਆਪ ਸੇਵਾ ਕਰਦੇ ਰਹੇ ਕਾਬਲ ਤੋਂ ਗੁਰੂ ਅਰਜਨ ਸਾਹਿਬ। ਜਦੋਂ ਬੰਦਾ ਆਪਣੀ ਪੂਜਾ ਕਰਾਉਂਦਾ ਹੈ ਫਿਰ ਉਹਦੇ ਦਿਮਾਗ 'ਚ ਨੁਕਸ ਪੈਣਾ ਲਾਜ਼ਮੀ ਹੈ। ਇਸ ਕਰਕੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸੀ, ਇੰਨਾ ਰੁਤਬਾ ਹੁੰਦਿਆਂ ਵੀ ਉਹਨਾਂ ਭਾਂਡਿਆਂ ਦੀ ਸੇਵਾ ਨਹੀਂ ਛੱਡੀ, ਘੋੜਿਆਂ ਦੀ ਲਿੱਦ ਚੁੱਕਦੇ ਰਹੇ ਆਖਰੀ ਸਾਹ ਤੱਕ। ਮਾਰੇ ਕਹਿੰਦੇ ਸੀ ਬਾਬਾ ਇਦਾਂ ਨਾ ਕਰਿਆ ਕਰ। ਮਾਰੇ ਕਹਿੰਦੇ ਇਹਦਾ ਕਰਕੇ ਤੇ ਵਸਣ ਦੇ ਆ, ਇਹ ਛੁੱਟ ਗਈ ਤੇ ਜ਼ਿੰਦਗੀ ਛੁੱਟ ਗਈ। ਜਦੋਂ ਵੀ ਸੇਵਾ ਤੇ ਸਿਮਰਨ ਇਕੱਠੇ ਹੋਣਗੇ, 2 ਖੰਭ ਹੈ ਉੱਡ ਜਾਓਗੇ, 1 ਖੰਭ ਨਾ ਉੱਡਿਆ ਨਹੀਂ ਜਾਣਾ ਕਦੇ ਵੀ। ਮਾਰੇ ਕਿਰਪਾ ਕਰਨ ਜੀ। ਗੁਰ ਵੱਡ ਭਾਗੀ ਪਾਇਆ ਐਸਾ, ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ, ਗੁਰ ਵੱਡ ਭਾਗੀ ਪਾਇਆ। ਭੁੱਲੇ ਮਾਰਗ ਜਿਨੈ ਬਤਾਇਆ, ਭੁੱਲੇ ਮਾਰਗ ਜਿਨੈ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ। ਗੁਰ ਵੱਡ ਭਾਗੀ ਪਾਇਆ ਐਸਾ, ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ, ਗੁਰ ਵੱਡ ਭਾਗੀ ਪਾਇਆ। ਗੁਰੂ ਪਿਆਰੇ ਸਾਧ ਸੰਗਤ ਜੀ, ਜ਼ਰੂਰੀ ਬੇਨਤੀ ਕੱਲ੍ਹ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਗੁਰਤਾਗਤੀ ਦੇ ਸਬੰਧ ਔਰ ਦੂਸਰਾ ਸੰਗਤ ਦੀ ਬੇਨਤੀ ਹੈ, ਕਿਉਂਕਿ ਭੈਣਾਂ ਨੇ ਪ੍ਰਸ਼ਾਦਾ ਪਾਣੀ ਕਰਨਾ ਹੁੰਦਾ, ਸਮਾਂ ਕਾਫੀ ਬਦਲ ਗਿਆ ਹੈ। ਇਸ ਕਰਕੇ ਕਥਾ ਦਾ ਸਮਾਂ ਜਿਹੜਾ ਕੱਲ੍ਹ ਨੂੰ 4:45 ਤੋਂ 5:45 ਹੋਵੇਗਾ, ਇਹ ਨੋਟ ਕਰ ਲੈਣਾ ਜੀ। 20 ਮਿੰਟ ਦਾ ਫਰਕ ਪਾ ਦਿੱਤਾ ਗਿਆ ਹੈ। ਸੋ ਸਤਿਗੁਰੂ ਮਹਾਰਾਜ ਸਿਰ ਤੇ ਹੱਥ ਰੱਖਣਾ, ਆਪ ਨੇ ਵਰਤਨ। ਕੱਲ੍ਹ ਸ਼ਾਮਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਵਿੱਚ ਫੁੱਲਾਂ ਦੀ ਵਰਖਾ ਹੋਵੇਗੀ, ਕਿਉਂਕਿ ਮਹਾਰਾਜ ਦੇ ਗੁਰਤਾਗਤੀ ਦੇ ਸਿਰ ਜਦੋਂ ਵੀ ਇਹ ਦਿਨ ਹੁੰਦਾ, ਸਾਰੀ ਸੰਗਤ ਥੋੜ੍ਹੇ ਥੋੜ੍ਹੇ ਫੁੱਲ ਲਿਆਉਂਦੇ, ਫਿਰ ਜਦੋਂ ਸਮਾਪਤੀ ਹੁੰਦੀ ਸੰਗਤਾਂ ਦਾ ਪਿਆਰ ਮਹਾਰਾਜ ਜੀ ਦਾ ਹੈ, ਉਹ ਸਤਿਗੁਰੂ ਇਸੇ ਤਰ੍ਹਾਂ ਜੋੜਨ, ਦਾਸਰਿਆਂ ਤੋਂ ਵਿਚਾਰ ਕਰਨਾ ਭੁੱਲਾਂ ਦੀ। ਮਾਂ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ।